सतनाम श्री वाहिगुरु साहिब जी। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद जप। आद सच जुगाद सच है भी सच नानक होसी भी सच। आद सच जुगाद सच है भी सच नानक होसी भी सच। अंत न पावत देव सब है मुन इंद्र महाशिव जोग करी। फुन वेद बिरंच विचार रह्यो हर जाप ना छाड्यो एक करी। मथुरा जन को प्रभ दीन दयाल है संगत श्रेष्ठ निहाल करी। रामदास गुरु जग तारन को गुर जोत अर्जन माहे तरी। रामदास गुरु जग तारन को गुर जोत अर्जन माहे तरी। परम सत्कारयोग तखत चबर छत्र दे मालक जुगो जुग अटल सतगुरु साहिब श्री गुरु ग्रंथ साहिब जी महाराज सच्चे पातशाह जी महाराज जी दे पवित्र चरनां दा ध्यान धरो। दोवें हथ जोड़ के सच्चे पातशाह जी नूं अपनी सुरती द्वारा नमस्कार करते हुए गुरफतेह दी सांझ पाओ। गज के आखो जी वाहिगुरु जी का खालसा वाहिगुरु जी की फतेह। हजूर पातशाह ने अपार 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 कृपा की है जो आपां सारिआं नूं ये महान समा सतसंगत दा बख्शिया है। गुरु कृपा सदका गुरु साहिब दी महिमा गुरु साहिब दे प्यारियां दी महिमा सरवण करन दा आपां नूं सुभाग प्राप्त होया है। बाणी कहती है हम संतन की रेण प्यारे हम संतन की सरना। संत हमारी ओट सताणी संत हमारा गहना। हम संतन स्यों बणियाई पूर्व लिखिया पाई एह मन तेरा भाई। संतन स्यों मेरी लेवा देवी संतन स्यों ब्यवहारा। संतन स्यों हम लाहा खाटिया हर भगत भरे भंडारा। संतन मोको पूंजी सौंपी तो उतरिया मन का धोखा। धर्म राये अब कहाँ करे गो जो फाट्यो सगलो लेखा। महानंद भय सुख पाया संतन कै प्रसादे। कहो नानक हर स्यों मन मान्या रंग रत्ते बिस्मादे। हजूर महाराज जियां ने नाम रसीए महात्मा महापुरख जिन्ना सास गिरास न विसरै हर नामा मन मानत धन से सही नानका पूरन सोई संत वाली अवस्था वाले जिहड़े महात्मा लोग एडा वड्डा उन्होंने सत्कार दिता है बाणी दे विच। कोई भी सिख किसी जथेबंदी नाल संबंध होवे उहदा किसी संप्रदाय विच पढ़िया होवे चाहे वह संतां दा मनण वाला होवे जां संतां दा निंदक होवे जे नितनेम करदा है
ਤੇ ਪਿਆਰਿਓ, ਇੱਕ ਗੱਲ ਪੱਕੀ ਹੈ, ਜਿੰਨਾ ਚਿਰ ਤੱਕ ਆਹ ਪੰਕਤੀਆਂ ਨਹੀਂ ਪੜ੍ਹਦਾ ਉਨਾ ਚਿਰ ਤੱਕ ਉਹਦਾ ਨਿਤਨੇਮ ਸੰਪੂਰਨ ਨਹੀਂ ਹੁੰਦਾ। ਪੰਕਤੀਆਂ ਕਿਹੜੀਆਂ ਨੇ ਜੀ? ਅੰਤਰਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਤੂਰੇ। ਸੋਹਿਲਾ ਸਾਹਿਬ ਦੀ ਬਾਣੀ ਸਿੱਖ ਦੇ ਰੋਜ਼ਾਨਾ ਦੇ ਨਿਤਨੇਮ ਦੀ ਸਭ ਤੋਂ ਅਖੀਰ ਵਿੱਚ ਪੜ੍ਹੀ ਜਾਣ ਵਾਲੀ ਬਾਣੀ। ਸੌਣ ਵੇਲੇ ਸਿੱਖ ਸੋਹਿਲਾ ਸਾਹਿਬ ਪੜ੍ਹਦਾ ਤੇ ਸੋਹਿਲਾ ਸਾਹਿਬ ਦੀ ਬਾਣੀ ਦੇ 5ਵੇਂ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਨੇ, ਮੋਕੋ ਕਰ ਸੰਤਨ ਕੀ ਧੂਰੇ। ਤੋ ਰੱਬ ਦੇ ਪਿਆਰਿਆਂ ਦੀ ਚਰਨ ਧੂੜੀ ਬਣਨ ਦੀ ਹਰੇਕ ਸਿੱਖ ਜਾਚਨਾ ਕਰਦਾ ਹੈ। ਤੋ ਐਸੇ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਜਵਾਲਾ ਸਿੰਘ ਜੀ, ਜਿਨ੍ਹਾਂ ਦੀ ਬਾਬਤ ਆਪ ਜੀ ਉਹਨਾਂ ਦੇ ਪਵਿੱਤਰ ਜੀਵਨ ਦੀ ਵਿਚਾਰ ਪਿਛਲੇ ਤਕਰੀਬਨ 21-22 ਦਿਨਾਂ ਤੋਂ ਸਰਵਣ ਕਰਦੇ ਆ ਰਹੇ ਹੋ। ਅੱਜ ਜੋ ਵਿਚਾਰ ਆਪਾਂ ਆਰੰਭ ਕਰਨਾ ਹੈ, ਸੰਤ ਜੀ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਇੱਕ ਅਜਿਹੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ, ਜਿਸ ਮੀਟਿੰਗ ਦੇ ਵਿੱਚ ਹੋਰ ਵੀ ਅਨੇਕਾਂ ਸਾਧੂ ਸੰਤ ਮਹਾਤਮਾ, ਚੰਗੇ ਚੰਗੇ ਗੁਰਮੁਖ ਜਨ, ਪੰਥ ਦੀਆਂ ਮਾਇਨਾਜ਼ ਹਸਤੀਆਂ ਉੱਥੇ ਹਾਜ਼ਰ ਸਨ। ਇਹ ਮੀਟਿੰਗ ਕਿਸ ਸਬੰਧ ਦੇ ਵਿੱਚ ਸੀ? ਖਾਲਸੇ ਦਾ ਜਨਮ ਅਸਥਾਨ ਕੇਸਗੜ੍ਹ ਸਾਹਿਬ, ਕੇਸਗੜ੍ਹ ਸਾਹਿਬ ਦੀ ਇਮਾਰਤ ਦੀ ਦੁਬਾਰਾ ਸੇਵਾ ਹੋਣ ਵਾਲੀ ਸੀ। ਪਹਿਲੀ ਇਮਾਰਤ ਬੜੀ ਪੁਰਾਣੀ ਹੋ ਚੁੱਕੀ ਸੀ ਔਰ ਉਹਦੀ ਹਾਲਤ ਬੜੀ ਖਰਾਬ ਸੀ। ਕੇਸਗੜ੍ਹ ਸਾਹਿਬ ਦੀ ਇਮਾਰਤ ਦੁਬਾਰਾ ਬਣਨੀ ਸੀ ਔਰ ਉਸ ਸਾਰੀ ਇਮਾਰਤ ਨੂੰ ਦੁਬਾਰਾ ਬਣਾਉਣ ਵਾਸਤੇ ਕਿਹੋ ਜਿਹਾ ਨਕਸ਼ਾ ਹੋਵੇ, ਕਿਹੋ ਜਿਹਾ ਸਥਾਨ ਬਣੇ, ਇਸ ਬਾਰੇ ਸਾਰਿਆਂ ਦੀਆਂ ਸਲਾਹਾਂ ਵਿਚਾਰਾਂ ਲਈਆਂ ਜਾਣੀਆਂ ਸੀ। ਮੀਟਿੰਗਾਂ ਪਹਿਲਾਂ ਵੀ ਕਾਫੀ ਹੋ ਚੁੱਕੀਆਂ ਸੀ। ਉਸ ਸੇਵਾ ਦੀ ਪੂਰੀ ਜ਼ਿੰਮੇਵਾਰੀ ਸੰਤ ਬਾਬਾ ਹਰੀ ਸਿੰਘ ਜੀ ਮਹਾਰਾਜ ਕਹਾਰਪੁਰ ਵਾਲਿਆਂ ਤੇ ਸੀ। ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਵੀ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ। ਬਾਬਾ ਜੀ ਦੇ ਭਰਾ ਬਾਬੂ ਦਇਆ ਸਿੰਘ ਜੀ ਵੀ ਉਸ ਮੀਟਿੰਗ ਦੇ ਵਿੱਚ ਸ਼ਾਮਲ ਸਨ। ਹੋਰ ਵੀ ਕਾਫੀ ਸਾਧੂ ਸੰਤ ਮਹਾਤਮਾ ਤੇ ਪਤਵੰਤ ਤੇ ਸੱਜਣ ਉਸ ਮੀਟਿੰਗ ਦੇ ਵਿੱਚ ਸ਼ਾਮਲ ਸਨ। ਸਾਰੇ ਆਪੋ ਆਪਣੀਆਂ ਸਲਾਹਾਂ ਦੱਸ ਰਹੇ ਸੀ, ਆਪੋ ਆਪਣੀਆਂ ਨੁਕਤੇ ਸਾਂਝੇ ਕੀਤੇ ਜਾ ਰਹੇ ਸੀ, ਨਕਸ਼ਾ ਬਣ ਰਿਹਾ ਸੀ। ਤੇ ਉਸ ਮੀਟਿੰਗ ਦੇ ਵਿੱਚ ਇੱਕ ਬਹੁਤ ਅਪ ਟੂ ਡੇਟ ਇੰਜੀਨੀਅਰ ਟਾਈਪ, ਬੜਾ ਕੋਟ ਪੈਂਟ ਪਾਇਆ ਹੋਇਆ, ਬੜਾ ਪੜ੍ਹਿਆ ਲਿਖਿਆ ਵੇਖਣ ਨੂੰ ਲੱਗੇ ਇੱਕ ਅਜਿਹਾ ਗੁਰਸਿੱਖ ਵੀ ਬੈਠਾ ਹੈ। ਹੁਣ ਜਿਹੜੀ ਵੀ ਸਲਾਹ ਹੁੰਦੀ ਹੈ, ਜੇ ਉਹਦੇ ਵਿੱਚ ਕੋਈ ਨੁਕਸ ਹੁੰਦਾ ਹੈ ਕਿਸੇ ਵਿਚਾਰਧਾਰਾ ਵਿੱਚ, ਤਾਂ ਉਹ ਜਿਹੜਾ ਇੰਜੀਨੀਅਰ ਬੈਠਾ ਹੈ ਉਹ ਆਪਣੀ ਦਲੀਲ ਦੇ ਅਨੁਸਾਰ ਉਸ ਨੁਕਸ ਨੂੰ ਕੱਢ ਦਿੰਦਾ ਤੇ ਬਿਲਕੁਲ ਸਾਰੀ ਸਲਾਹ ਨੂੰ ਠੀਕ ਕਰ ਦਿੰਦਾ, ਉਹਦੇ ਵਿੱਚ ਨੁਕਸ ਨਹੀਂ ਰਹਿਣ ਦਿੰਦਾ ਔਰ ਉਹਦੀ ਗੱਲ ਸਾਰਿਆਂ ਦੇ ਜੱਜ ਜਾਂਦੀ ਹੈ ਵੀ ਇਹ ਜੋ ਕਹਿ ਰਿਹਾ ਠੀਕ ਹੈ, ਸਾਰਿਆਂ ਨੂੰ ਚੰਗੀ ਲੱਗਦੀ ਹੈ। ਹੁਣ ਉਸ ਵੇਲੇ ਸੰਤ ਜੀ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਦੇਖਦੇ ਨੇ ਵੀ ਇਹ ਜਿਹੜਾ ਇੰਜੀਨੀਅਰ ਹੈ ਜਾਂ ਇਹ ਜਿਹੜਾ ਪੜ੍ਹਿਆ ਲਿਖਿਆ ਬੰਦਾ ਬੈਠਾ ਆ ਕੇ ਸਾਡੇ ਵਿੱਚ, ਜਿਹਦੀ ਦਿੱਤੀ ਹੋਈ ਇੱਕ ਵੀ ਸਲਾਹ ਗਲਤ ਨਹੀਂ ਹੋ ਰਹੀ, ਜਿਹਦੇ ਵੱਲੋਂ ਕਿਹਾ ਹੋਇਆ ਇੱਕ ਇੱਕ ਲਫ਼ਜ਼ ਸਹੀ ਹੈ ਔਰ ਜਿਹਦੇ ਚਿਹਰੇ ਤੇ ਬੜਾ ਤੇਜ ਪ੍ਰਤਾਪ ਹੈ ਵੀ ਇਹ ਕੌਣ ਹੈ, ਸਾਡੇ ਵਿੱਚ ਬੈਠੇ ਨੇ, ਸਾਨੂੰ ਸਹੀ ਸਲਾਹ ਦੇ ਰਹੇ ਨੇ, ਸਾਨੂੰ ਸਹੀ ਮਾਰਗਦਰਸ਼ਨ ਦੇ ਕੇ ਸਾਡੀਆਂ ਕਮੀਆਂ ਕੱਢ ਰਹੇ ਨੇ, ਸਾਨੂੰ ਸਿੱਧੇ ਰਾਹੇ ਪਾ, ਕੌਣ ਨੇ? ਤੇ ਜਿਸ ਵੇਲੇ ਸੰਤ ਜੀ ਮਹਾਰਾਜ ਨੇ ਆਪਣੀ ਅੰਤਰਾਤਮੇ ਦਿਵ ਦ੍ਰਿਸ਼ਟੀ ਦੇ ਨਾਲ ਦੇਖਿਆ, ਤੱਕਿਆ, ਤੇ ਉਹ ਇੰਜੀਨੀਅਰ ਹੋਰ ਨਹੀਂ ਸੀ ਕੋਈ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪ ਸਨ। ਜਦੋਂ ਸੰਤ ਮਹਾਰਾਜ ਨੇ ਇਸ ਗੱਲ ਨੂੰ ਜਾਣ ਲਿਆ ਤੇ ਮਹਾਰਾਜ ਇੱਕਦਮ ਆਸ਼ਾਸ਼ ਕਰ ਉੱਠੇ, ਬਲਿਹਾਰ ਬਲਿਹਾਰ, ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਆਪ ਆ ਕੇ ਬੈਠੇ ਨੇ।
ਆਪ ਆਪਣੀ ਨਿਗਰਾਨੀ ਦੇ ਵਿੱਚ ਕੰਮ ਕਰਾ ਰਹੇ ਨੇ। ਤੇ ਉਸ ਵੇਲੇ ਸੰਤ ਜੀ ਮਹਾਰਾਜ ਦਾ ਫੁਰਨਾ ਹੋਇਆ ਕਿ ਉਹਨਾਂ ਦੇ ਭਾਈ ਬਾਬੂ ਦਇਆ ਸਿੰਘ ਜੀ ਬਹੁਤ ਵਾਰੀ ਸੰਤ ਮਹਾਰਾਜ ਅੱਗੇ ਬੇਨਤੀਆਂ ਕਰ ਚੁੱਕੇ ਸੀ ਵੀ ਮਹਾਂਪੁਰਸ਼ੋ ਸਾਨੂੰ ਵੀ ਕਿਤੇ ਗੁਰੂ ਮਹਾਰਾਜ ਦਾ ਦਰਸ਼ਨ ਦੀਦਾਰ ਕਰਵਾਓ। ਤੇ ਸੰਤ ਮਹਾਰਾਜ ਦੇ ਅੰਦਰ ਫੁਰਨਾ ਹੋਇਆ ਵੀ ਇਹਨਾਂ ਨੂੰ ਦਰਸ਼ਨ ਕਰਾ ਦਈਏ, ਵੀ ਮਹਾਰਾਜ ਤੁਹਾਡੇ ਕੋਲ ਬੈਠੇ ਨੇ ਤੇ ਤੁਸੀਂ ਦਰਸ਼ਨ ਕਰ ਲਓ। ਤੇ ਜਦੋਂ ਮਹਾਰਾਜ ਅਜੇ ਫੁਰਨਾ ਹੀ ਬਣਿਆ ਅੰਦਰ, ਅਜੇ ਇਸ਼ਾਰਾ ਕਰਨਾ ਹੈ, ਕਹਿਣਾ ਹੈ, ਉਹ ਫੁਰਨਾ ਹੀ ਬਣਿਆ ਤੇ ਉਹ ਇੰਜੀਨੀਅਰ ਦੇ ਰੂਪ ਦੇ ਵਿੱਚ ਜੋ 10ਵੇਂ ਪਾਤਸ਼ਾਹ ਮਹਾਰਾਜ ਬੈਠੇ ਸੀ, ਇਸ਼ਾਰੇ ਦੇ ਨਾਲ ਸਮਝਾਇਆ, ਰੋਕ ਦਿੱਤਾ। ਨਾ ਨਾ ਮਹਾਰਾਜ ਜੀ, ਆਪਣੇ ਭਰਾ ਦੀ ਲਿਹਾਜ਼ ਕਰਦੇ ਹੋ, ਬਾਕੀ ਵੀ ਸਾਰੇ ਉੱਦਾਂ ਦੇ ਬੈਠੇ ਨੇ। ਤੇ ਸੰਤ ਮਹਾਰਾਜ ਇੱਕਦਮ ਗੁਰੂ ਸਾਹਿਬ ਦੇ ਇਸ ਬਚਨ ਨੂੰ ਸੁਣ ਕੇ ਤੇ ਚੁੱਪ ਬੈਠ ਗਏ, ਅਜ਼ਰ ਨੂੰ ਜ਼ਰਿਆ, ਬਿਲਕੁਲ ਉਸ ਗੱਲ ਨੂੰ ਜ਼ਾਹਰ ਨਹੀਂ ਹੋਣ ਦਿੱਤਾ। ਬਾਅਦ ਦੇ ਵਿੱਚ ਜਦੋਂ ਸੰਤ ਸਭਾ ਦੇ ਵਿੱਚ ਇਹ ਗੱਲ ਖੁੱਲੀ ਤੇ ਸਾਰੇ ਹੀ ਹੈਰਾਨ ਰਹਿ ਗਏ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪ ਆਪਣੇ ਸੇਵਕਾਂ ਦੇ ਕਾਰਜ ਕਰਨ ਵਾਸਤੇ, ਆਪ ਮਹਾਰਾਜ ਦਰਬਾਰ ਦੀ ਕੇਸਗੜ੍ਹ ਸਾਹਿਬ ਦੀ ਸੇਵਾ ਦੇ ਵਿੱਚ ਸਲਾਹ ਦੇਣ ਵਾਸਤੇ, ਸਾਡੀ ਨੁਕਸ ਸਾਡੇ ਕੱਢਣ ਵਾਸਤੇ ਮਹਾਰਾਜ ਆਪ ਆਏ ਸੀ। ਪੜ੍ਹਦੇ ਤੇ ਹਾਂ ਜੀ ਆਪਾਂ ਸੰਤਾਂ ਕੇ ਕਾਰਜ ਆਪ ਖਲੋਇਆ, ਤੇ ਕੋਈ ਸ਼ੱਕ ਨਹੀਂ ਮਹਾਰਾਜ ਆਉਂਦੇ ਵੀ ਨੇ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਮਹਾਰਾਜ ਸਦਾ ਹੀ ਹਾਜ਼ਰ ਹੁੰਦੇ ਨੇ, ਗੁਪਤ ਰੂਪ ਦੇ ਵਿੱਚ ਆ ਕੇ ਮਹਾਰਾਜ ਜੀ ਮਾਰਗਦਰਸ਼ਨ ਵੀ ਕਰਦੇ ਨੇ। ਪਰ ਉਸ ਅਜਰ ਨੂੰ ਜਰਨ ਦੀ ਸੱਤਾ ਹੋਵੇ, ਉਸ ਗੁਪਤ ਭੇਦ ਨੂੰ ਗੁਪਤ ਰੱਖਣ ਦੀ ਸਾਡੇ ਵਿੱਚ ਸੱਤਾ ਹੋਵੇ ਤੇ ਮਹਾਰਾਜ ਪ੍ਰਤੱਖ ਵੀ ਦਰਸ਼ਨ ਦੇ ਸਕਦੇ। ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਕਥਾ ਕਰ ਰਹੇ ਸੀ, ਬੜੀ ਸੰਗਤ ਦਾ ਇਕੱਠ ਸੀ। ਇੱਕ ਸਿੰਘ ਕਥਾ ਸੁਣਦਾ ਸੁਣਦਾ ਵਿੱਚੋਂ ਉੱਠ ਕੇ ਰੌਲਾ ਪਾਉਣ ਲੱਗ ਪਿਆ, ਉੱਚੀ ਉੱਚੀ ਬੋਲੇ। ਉਹ ਕੀ ਕਹਿ ਰਿਹਾ? ਦੇਖੋ ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆ ਗਿਆ। ਉਹ ਰੌਲਾ ਪਾਪਾ ਦੱਸੇ, ਦੇਖੋ ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆ ਗਿਆ। ਸੰਤਾਂ ਨੇ ਕਿਹਾ ਭਾਈ ਇਹਨੂੰ ਚੁੱਪ ਕਰਾਓ। ਉਹਨੂੰ ਬਿਠਾਇਆ। ਫਿਰ ਥੋੜੇ ਚਿਰ ਬਾਅਦ ਕਹਿੰਦਾ, ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਪਰਿਕਰਮਾ ਕਰਕੇ ਹੁਣ ਸੰਤ ਬਾਬਾ ਸੁੰਦਰ ਸਿੰਘ ਜੀ ਦੇ ਸੀਸ ਤੇ ਹੱਥ ਰੱਖ ਕੇ ਖੜੇ ਹੈ। ਉਹ ਜਦੋਂ ਨਾ ਹੀ ਹਟਿਆ ਤੇ ਸੰਤ ਬਾਬਾ ਸੁੰਦਰ ਸਿੰਘ ਜੀ ਨੇ ਅਖੀਰ ਕਿਹਾ, ਇਹਨੂੰ ਮਸਤਾਨੇ ਨੂੰ ਇੱਥੋਂ ਲੈ ਜਾਓ ਬਾਹਰ, ਇਹਨੂੰ ਮਸਤਾਨੇ ਨੂੰ ਇੱਥੋਂ ਲੈ ਜਾਓ। ਲੈ ਗਏ। ਖੈਰ ਕਥਾ ਤੋਂ ਬਾਅਦ ਉਹਨੂੰ ਬੁਲਾਇਆ। ਹਾਂ ਬਈ ਦੱਸ ਕੀ ਰੌਲਾ ਪਾਉਂਦਾ ਸੀ? ਕਹਿੰਦੇ ਬਾਬਾ ਜੀ ਤੁਸੀਂ ਮੈਨੂੰ ਮਸਤਾਨਾ ਕਹਿ ਕੇ ਸੰਗਤ ਦੇ ਵਿੱਚੋਂ ਬਾਹਰ ਕਰ ਦਿੱਤਾ, ਪਰ ਸੱਚ ਸੀ ਜੀ ਇਹ, ਤੁਹਾਨੂੰ ਵੀ ਪਤਾ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਏ ਸੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡੇ ਸੀਸ ਤੇ ਹੱਥ ਰੱਖ ਕੇ ਖੜੇ ਸੀ, ਦੱਸੋ ਇਹ ਝੂਠ ਸੀ? ਸੰਤ ਮਹਾਰਾਜ ਕਹਿੰਦੇ ਭੋਲਿਆ, ਤੇਰੀ ਕਮਾਈ, ਤੇਰੀ ਭਗਤੀ, ਤੈਨੂੰ ਦਰਸ਼ਨ ਹੋ ਗਏ। ਜੇ ਮਹਾਰਾਜ ਚਾਹੁੰਦੇ ਤਾਂ ਮਹਾਰਾਜ ਸਾਰਿਆਂ ਨੂੰ ਦਰਸ਼ਨ ਦੇ ਸਕਦੇ ਸੀ, ਤੇ ਜੇ ਮਹਾਰਾਜ ਸਾਡੇ ਸੀਸ ਤੇ ਹੱਥ ਰੱਖ ਕੇ ਖੜੇ ਸੀ ਤੇ ਕੀ ਸਾਨੂੰ ਨਹੀਂ ਸੀ ਦਰਸ਼ਨ ਹੋ ਰਹੇ? ਪਰ ਉਸ ਵੇਲੇ ਅਜਰ ਨੂੰ ਜਰਨਾ ਪੈਣਾ ਹੈ। ਉਸ ਵੇਲੇ ਜਿਨ੍ਹਾਂ ਦਾ ਉੱਥੇ ਤੱਕ ਤਪ ਤੇਜ ਨਹੀਂ, ਜਿਨ੍ਹਾਂ ਦੀ ਕਮਾਈ ਨਹੀਂ, ਉਹਨਾਂ ਨੂੰ ਇਹ ਗੱਲ ਜੇ ਤੁਸੀਂ ਦੱਸੋਗੇ, ਦਰਸ਼ਨ ਦੀਦਾਰ ਤੇ ਉਹਨਾਂ ਨੂੰ ਹੋ ਨਹੀਂ ਸਕਦਾ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ, ਵਿਸ਼ਵਾਸ ਵੀ ਨਹੀਂ ਉਹਨਾਂ ਨੂੰ ਬਣੇਗਾ। ਇਹਨੂੰ ਕਹਿੰਦੇ ਅਜਰ ਨੂੰ ਜਰਨਾ। ਹੁਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇ, ਭੇਤ ਨਹੀਂ ਦੇਣਾ। ਕੋਈ ਸਰਕਾਰੀ ਨੌਕਰੀ ਕਰਦਾ ਹੈ, ਕਿਸੇ ਅਫਸਰ ਦੀ ਕੁਰਸੀ ਤੇ ਬੈਠਣ ਵਾਲੇ ਆਫੀਸਰ ਦੇ ਕੋਲ ਸਰਕਾਰ ਦੇ ਬੜੇ ਭੇਤ ਹੁੰਦੇ ਨੇ, ਪਰ ਉਹਨੂੰ ਉਸ ਨੌਕਰੀ ਦੌਰਾਨ ਇਹ ਸੁਗੰਧ ਦਿੱਤੀ ਜਾਂਦੀ ਹੈ, ਕਸਮ ਦਵਾਈ ਜਾਂਦੀ ਹੈ ਵੀ ਤੂੰ ਸਰਕਾਰ ਦੇ ਭੇਤ ਕਿਸੇ ਨੂੰ ਬਾਹਰ ਦੱਸੇਗਾ ਨਹੀਂ। ਉਹ ਨਹੀਂ ਦੱਸਦਾ। ਜਿਹੜਾ ਅਫੀਸਰ ਜਾਂ ਜਿਹੜਾ ਮੰਤਰੀ ਆਪਣੀ ਇਸ ਕਸਮ ਨੂੰ ਤੋੜੇ ਤੇ ਸਰਕਾਰ ਦੇ ਭੇਤ ਬੇਈਮਾਨੀ ਸਦਕਾ ਬਾਹਰ ਦੱਸੇ,
ਜਦੋਂ ਉਹਦੀ ਇਨਕੁਆਇਰੀ ਹੋ ਜਾਏ, ਪਤਾ ਲੱਗ ਜੇ, ਫਿਰ ਉਹਨੂੰ ਉਹਦੀ ਕੁਰਸੀ ਤੋਂ ਲਾ ਦਿੱਤਾ ਜਾਂਦਾ ਹੈ ਕਿ ਨਹੀਂ, ਤੂੰ ਸਰਕਾਰ ਦੇ ਭੇਤ ਬਾਹਰ ਦੱਸਦਾ। ਮਹਾਂਪੁਰਸ਼ ਕਿਆ ਕਰਦੇ, ਇਸੇ ਹੀ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਸੰਤ ਜਨ ਹੁੰਦੇ, ਮਹਾਂਪੁਰਖ ਹੁੰਦੇ, ਉਹ ਵੀ ਕਦੇ ਰੱਬੀ ਭੇਤਾਂ ਨੂੰ ਸਹਿਜੇ ਕੀਤੇ ਉਜਾਗਰ ਨਹੀਂ ਕਰਦੇ, ਨਹੀਂ ਦੱਸਿਆ ਕਰਦੇ। ਜਿਸ ਦਾ ਉੱਥੇ ਤੇ ਕੋਈ ਤਾਪ ਨਹੀਂ ਹੈ, ਕਮਾਈ ਨਹੀਂ ਹੈ, ਉਸ ਦੇ ਕੋਲੇ ਉਹ ਗੱਲ ਨਹੀਂ ਜ਼ਾਹਰ ਕਰ ਸਕਦੇ। ਬਾਬਾ ਨੰਦ ਸਿੰਘ ਨਾਨਸਰ ਕਲੇਰਾਂ ਵਾਲੇ ਮਹਾਂਪੁਰਖਾਂ ਦੇ ਕੋਲ ਕੋਈ ਪ੍ਰੇਮੀ ਚਲਿਆ ਗਿਆ, ਬਹੁਤ ਪੜ੍ਹਿਆ ਲਿਖਿਆ ਸੀ, ਉਹ ਬਹੁਤ ਪੜ੍ਹਿਆ ਲਿਖਿਆ। ਉਹ ਹੁਣ ਜਾ ਕੇ ਬਾਬਾ ਜੀ ਨੂੰ ਕਹਿੰਦਾ ਹੈ, ਮਹਾਰਾਜ ਜੀਓ, ਮੈਂ ਸੁਣਿਆ ਵੀ ਤੁਸੀਂ ਗੁਰੂ ਨਾਨਕ ਮਹਾਰਾਜ ਜੀ ਦੇ ਦਰਸ਼ਨ ਕੀਤੇ ਹੋਏ ਨੇ, ਕੀ ਇਹ ਸੱਚ ਹੈ? ਤੇ ਬਾਬਾ ਨੰਦ ਸਿੰਘ ਜੀ ਸੁਣ ਕੇ ਪਹਿਲਾਂ ਚੁੱਪ ਰਹੇ, ਬੋਲੇ ਹੀ ਨਾ। ਓਏ ਬੇਪਰਵਾਹ ਨਾ ਬੋਲਣੀ। ਉਹਨਾਂ ਨੂੰ ਕੀ ਹੈ ਜੀ, ਸੰਤਾਂ ਨੂੰ, ਮਹਾਂਪੁਰਖਾਂ ਨੂੰ ਜਵਾਬ ਦੇਣ ਨਾ ਦੇਣ, ਆਪਣੀ ਮੌਜ ਦੇ ਵਿੱਚ। ਸੰਤ ਨਹੀਂ ਬੋਲੇ, ਫੇਰ ਪੁੱਛਦਾ ਬਾਬਾ ਜੀ ਤੁਸੀਂ ਬੋਲਦੇ ਨਹੀਂ। ਮੈਂ ਤੁਹਾਨੂੰ ਪੁੱਛਿਆ ਹੈ ਮਹਾਰਾਜ ਵੀ ਕੀ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ? ਬਾਬਾ ਨੰਦ ਸਿੰਘ ਜੀ ਕਹਿੰਦੇ ਅਸੀਂ ਕੀਤੇ ਨੇ ਚਾਹੇ ਨਹੀਂ ਕੀਤੇ, ਤੈਨੂੰ ਇਸ ਗੱਲ ਨਾਲ ਕੀ ਬਈ, ਤੂੰ ਕੀ ਲੈਣਾ? ਦਰਸ਼ਨ ਕੀਤੇ ਜਾਂ ਨਹੀਂ ਕੀਤੇ, ਤੈਂ ਇਸ ਗੱਲ ਤੇ ਕੀ ਲੈਣਾ? ਕਹਿੰਦਾ ਜੀ ਮੈਂ ਤਾਂ ਇਹ ਗੱਲ ਕਹਿਣਾ ਵੀ ਜੇ ਤੁਸੀਂ ਦਰਸ਼ਨ ਕੀਤੇ ਨੇ ਤਾਂ ਕਿਰਪਾ ਕਰਕੇ ਮੈਨੂੰ ਵੀ ਦਰਸ਼ਨ ਕਰਾ ਦਿਓ, ਮੈਨੂੰ ਵੀ ਦਰਸ਼ਨ ਕਰਾ ਦਿਓ। ਬਾਬਾ ਨੰਦ ਸਿੰਘ ਜੀ ਕਹਿਣ ਲੱਗੇ, ਕਹਿੰਦੇ ਪ੍ਰੇਮੀਆਂ ਕਿੰਨੀ ਪੜ੍ਹਾਈ ਕਰੀ ਹੋਈ ਤੈਂ? ਕਹਿੰਦਾ ਜੀ 16 ਜਮਾਤਾਂ ਪੜ੍ਹਿਆ ਹੋਇਆ। 16 ਜਮਾਤਾਂ? ਅੱਛਾ 16 ਜਮਾਤਾਂ ਪੜ੍ਹਿਆ ਜੀ, ਡਿਗਰੀ ਕੀਤੀ ਹੋਈ ਹੈ। ਐਂ ਕਰ ਵੀ ਜਿਹੜੀ ਤੈਂ ਡਿਗਰੀ ਕਰੀ ਹੋਈ ਹੈ, ਇੱਥੇ ਬੈਠਾ ਬੈਠਾ ਸਾਨੂੰ ਡਿਗਰੀ ਕਰਾ ਦੇ, ਕਰਾ ਦੇਗਾ? ਕਹਿੰਦਾ ਜੀ ਉਹ ਤਾਂ ਸਮਾਂ ਲੱਗੂ। ਕਹਿੰਦੇ ਕਿੰਨਾ ਕੁ? ਘੰਟਾ 2 ਘੰਟੇ ਲੱਗਣਗੇ? ਕਹਿੰਦਾ ਨਾ ਮਹਾਰਾਜ, 16 ਸਾਲਾਂ 'ਚ ਡਿਗਰੀ ਮੈਂ ਕਰੀ ਹੈ, 16 ਸਾਲ ਤਾਂ ਲੱਗਣਗੇ ਘੱਟੋ ਘੱਟ, ਜੇ ਹਰ ਸਾਲ ਵੀ ਪਾਸ ਹੁੰਦੇ ਰਹੀਏ। 16 ਸਾਲਾਂ 'ਚ ਡਿਗਰੀ? ਕਹਿੰਦੇ ਪ੍ਰੇਮੀਆਂ ਜਿਹੜੀ ਦੁਨਿਆਵੀ ਡਿਗਰੀ 16 ਸਾਲਾਂ 'ਚ ਤੈਂ ਲਈ ਤੇ 16 ਸਾਲਾਂ ਤੋਂ ਘੱਟ ਅਸੀਂ ਨਹੀਂ ਲੈ ਸਕਦੇ। ਦੁਨਿਆਵੀ ਡਿਗਰੀ ਲੈਣੀ ਹੈ 16 ਸਾਲ ਮਿਹਨਤ ਕਰਨੀ ਪਊਗੀ, ਤਾਂ ਜਾ ਕੇ ਹਰੇਕ ਸਾਲ ਪਾਸ ਹੋਇਆਂ ਤੇ ਡਿਗਰੀ ਮਿਲੂਗੀ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਦਰਸ਼ਨ ਕਿਤੇ ਇੰਨੇ ਸੁਖਾਲੇ ਨੇ ਵੀ ਤੈਨੂੰ ਇੱਥੇ ਬੈਠਿਆਂ ਬੈਠਿਆਂ ਕਰਾ ਦਈਏ? ਇਦਾਂ ਨਹੀਂ ਹੋ ਸਕਦਾ। ਤੇ ਸਾਡੇ ਸੰਤ ਜੀ ਮਹਾਰਾਜ ਇੱਕ ਬੜਾ ਕੀਮਤੀ ਅਮੋਲਕ ਬਚਨ ਕਰਦੇ ਹੁੰਦੇ ਆ। ਉਹ ਕਿਹਾ ਕਰਦੇ ਨੇ ਵੀ ਆਪ ਦੀ ਕਮਾਈ ਕਰੋ, ਦੂਜੇ ਦੀ ਕੀਤੀ ਹੋਈ ਕਮਾਈ ਤੋਂ ਜੇ ਕੋਈ ਪ੍ਰਾਪਤੀ ਹੋ ਵੀ ਜਾਵੇ ਤਾਂ ਉਸ ਪ੍ਰਾਪਤੀ ਦੀ ਕੋਈ ਕਦਰ ਨਹੀਂ ਕਰਦਾ ਹੁੰਦਾ। ਦੂਜੇ ਦੀ ਕੀਤੀ ਕਮਾਈ ਨਾਲ ਜੇ ਕੋਈ ਪ੍ਰਾਪਤੀ ਕਰ ਵੀ ਲਈਏ ਤਾਂ ਉਸ ਪ੍ਰਾਪਤੀ ਦੀ ਆਪਾਂ ਨੂੰ ਕਦਰ ਨਹੀਂ ਹੁੰਦੀ। ਕਦਰ ਸਿਰਫ ਉਸ ਪ੍ਰਾਪਤੀ ਦੀ ਹੋਇਆ ਕਰਦੀ ਹੈ ਜਿਹੜੀ ਤੁਸੀਂ ਖੁਦ ਮਿਹਨਤ ਕਰਕੇ ਹਾਸਲ ਕੀਤੀ ਹੈ। ਮਿਹਨਤ ਕਰਕੇ, ਕਿਸੇ ਦੀ ਕੀਤੀ ਮਿਹਨਤ, ਕਿਸੇ ਦੀ ਕੀਤੀ ਕਮਾਈ। ਜਿਸ ਤਰ੍ਹਾਂ ਬਾਪ ਨੇ ਪੂਰੀ ਮਿਹਨਤ ਕਰਕੇ ਲੱਖਾਂ ਕਰੋੜਾਂ ਦੀ ਜਾਇਦਾਦ ਇਕੱਠੀ ਕੀਤੀ ਹੋਵੇ, ਅੱਗਿਓਂ ਹੁਣ ਪੁੱਤਰ ਨੂੰ ਬਣੀ ਬਣਾਈ ਜਾਇਦਾਦ ਮਿਲ ਜੇ, ਬਣਿਆ ਬਣਾਇਆ ਸਾਰਾ ਕੁਝ ਮਿਲ ਜੇ, ਪੁੱਤ ਲੈਕ ਹੋਵੇ ਤਾਂ ਸਾਰਾ ਕੁਝ ਸਾਂਭ ਲਵੇ, ਅੱਗੇ ਨਾਲੋਂ ਵਧਾ ਲਵੇ, ਤੇ ਜੇ ਲੈਕ ਨਾ ਹੋਵੇ ਤਾਂ ਬਾਪ ਦੀ ਕੀਤੀ ਹੋਈ ਕਮਾਈ ਦੀ ਉਹ ਕਦਰ ਨਹੀਂ ਕਰਦਾ ਤੇ ਉਸ ਕਮਾਈ ਨੂੰ ਉਡਾ ਦਿੰਦਾ ਹੈ। ਇਸੇ ਤਰ੍ਹਾਂ ਆਪਣੀ ਮਿਹਨਤ, ਫਿਰ ਵੱਡੇ ਮਹਾਂਪੁਰਖ ਵੀ ਫਿਰ ਸਹਾਇਤਾ ਕਰਦੇ ਸੇਵਕ ਦੀ ਹਮੇਸ਼ਾ। ਸਾਧੂ ਸੰਤ ਮਹਾਤਮਾ ਆਪਣੇ ਸੇਵਕ ਦੀ ਹਮੇਸ਼ਾ ਫਿਰ ਸਹਾਇਤਾ ਕਰਦੇ ਹੈ, ਪਰ ਪਹਿਲਾਂ ਉਹ ਦੇਖਦੇ ਨੇ ਵੀ ਇਹ ਕਮਾਈ ਕਰਦਾ ਹੈ,
ਮਿਹਨਤ ਕਰਦਾ ਹੈ ਇਹ। ਸੋ ਮਿਹਨਤ ਬੜੀ ਜ਼ਰੂਰੀ ਹੈ। ਸੋ ਸਾਧ ਸੰਗਤ ਜੀ, ਐਸੇ ਸਨ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ। ਤੇ ਮਹਾਂਪੁਰਖਾਂ ਦਾ ਮਸਤਾਂ ਫਕੀਰਾਂ ਨਾਲ ਬਹੁਤ ਪਿਆਰ ਸੀ। ਤੁਸੀਂ ਪਿੱਛੇ ਜੀਵਨ ਦੇ ਵਿੱਚ ਸੁਣ ਕੇ ਆਏ ਹੋ, ਜਦੋਂ ਪਲਟਣ ਦੇ ਵਿੱਚ ਸੀਗੇ ਮਹਾਰਾਜ, ਤਾਂ ਪਿਸ਼ੌਰ ਦੀ ਧਰਤੀ ਤੇ ਨੌਕਰੀ ਕਰਦੇ ਸੀ। ਉਸ ਸਮੇਂ ਪਿਸ਼ੌਰ ਦੇ ਵਿੱਚ ਇੱਕ ਫਕੀਰ ਬੜੇ ਮਹਾਨ ਸੀਗੇ, ਮਸਤ ਬਾਬਾ ਕਾਹਨਦਾਸ ਜੀ। ਦਿਗੰਬਰ ਰਹਿੰਦੇ ਸੀ, ਨਗਨ ਰਹਿੰਦੇ ਸੀ। ਉਸ ਸਮੇਂ ਬਾਬਾ ਕਾਹਨਦਾਸ ਜੀ ਦੇ ਨਾਲ ਸੰਤਾਂ ਦਾ ਬਹੁਤ ਪਿਆਰ ਸੀ। ਉਹ ਸਾਰਾ ਪ੍ਰਸੰਗ ਆਪ ਜੀ ਨੇ ਪਿੱਛੇ ਸੁਣਿਆ ਵੀ ਕਿਸ ਤਰ੍ਹਾਂ ਬਾਬਾ ਕਾਹਨਦਾਸ ਜੀ ਦੀ ਸੰਗਤ ਦੇ ਵਿੱਚ ਜਾ ਕੇ ਬਾਬਾ ਜੀ ਨੇ ਵੀ ਵਸਤਰ ਤਿਆਗ ਦਿੱਤੇ ਸੀ। ਫਿਰ ਬਾਬਾ ਆਇਆ ਸਿੰਘ ਜੀ ਮਹਾਰਾਜ ਨੇ ਦੁਆਰਾ ਅੰਮ੍ਰਿਤ ਛਕਾਇਆ ਸੀ। ਸੋ ਪਰ ਪਿਆਰ ਬੜਾ ਸੀ ਉਹਨਾਂ ਦੇ ਨਾਲ। ਸੋ ਇਸ ਤਰ੍ਹਾਂ ਫਿਰ ਫੌਜ ਵਿੱਚੋਂ ਨਾਮ ਕਟਾ ਕੇ ਜਦੋਂ ਇੱਧਰ ਦੇਸ਼ ਵਿੱਚ ਆ ਗਏ, ਤਾਂ ਫਿਰ ਇੱਕ ਲੁਧਿਆਣੇ ਦੇ ਸੰਤ ਸੀਗੇ ਬਾਣ ਵੱਟਣਾ ਜੀ, ਜਿਨ੍ਹਾਂ ਨੂੰ ਬਾਣ ਵੱਟਣਾ ਜੀ ਸੱਦਦੇ ਸੀ ਸਾਰੇ। ਤੇ ਉਹ ਬਾਣ ਵੱਟਦੇ ਰਿਹਾ ਕਰਦੇ ਸੀ। ਬਾਣ ਵੱਟੀ ਜਾਣਾ ਤੇ ਦੇੜੀ ਜਾਣਾ, ਇਹੀ ਕੰਮ ਸੀ ਉਹਨਾਂ ਦਾ। ਉਹਨਾਂ ਨੂੰ ਬਾਣ ਵੱਟਾ ਸਾਧੂ ਕਹਿੰਦੇ ਸੀ। ਬੜੇ ਪਹੁੰਚੇ ਹੋਏ ਮਸਤ ਸੀਗੇ ਇਹ ਵੀ। ਉਹਨਾਂ ਨਾਲ ਮਹਾਂਪੁਰਖਾਂ ਦਾ ਬੜਾ ਪਿਆਰ ਸੀ। ਇਹ ਵਾਰਤਾ ਵੀ ਤੁਸੀਂ ਪਿਛਲੇ ਦੀਵਾਨਾਂ ਦੇ ਵਿੱਚ, ਪਿਛਲੀ ਕਥਾ ਦੇ ਵਿੱਚ ਸੁਣ ਚੁੱਕੇ ਹੋ ਕਿ ਜਦੋਂ ਸੰਤ ਮਹਾਰਾਜ ਉਹਨਾਂ ਨੂੰ ਮਿਲਣ ਗਏ ਤੇ ਉਹਨਾਂ ਨੇ ਵੀ ਆਪਣੇ ਤਰੀਕੇ ਅਨੁਸਾਰ ਪਹਿਲਾਂ ਗਾਲਾਂ ਕੱਢੀਆਂ, ਡੰਡੇ ਵੀ ਮਾਰੇ, ਫਿਰ ਕੋਲ ਬਿਠਾ ਲਿਆ। ਕੋਲ ਬਿਠਾਲ ਕੇ ਫਿਰ ਸੰਤ ਜੀ ਮਹਾਰਾਜ ਨੂੰ ਕਿਹਾ, ਆਓ ਆਪਾਂ ਕੰਮ ਕਰੀਏ, ਅੱਜ ਬਹੁਤ ਕੰਮ ਹੈ। ਸਾਰੀ ਦਿਹਾੜੀ ਬਾਣ ਵੱਟਾ ਜੀ ਬਾਣ ਵੱਟਦੇ ਰਹੇ, ਬਾਬਾ ਜਵਾਲਾ ਸਿੰਘ ਜੀ ਬਾਣ ਦੇੜਦੇ ਰਹੇ ਸਾਰੀ ਦਿਹਾੜੀ। ਸੋ ਇਸ ਪ੍ਰਕਾਰ ਫਿਰ ਉਹਨਾਂ ਤੋਂ ਅੱਗੇ ਬਧੌਸ਼ੀ ਵਾਲੇ ਮਹਾਰਾਜ ਬੀਰਮਦਾਸ ਜੀ, ਬਾਬਾ ਬੀਰਮਦਾਸ ਜੀ। ਇੱਥੇ ਥੋੜਾ ਜਿਹਾ ਬਾਬਾ ਬੀਰਮਦਾਸ ਜੀ ਬਾਰੇ ਬੇਨਤੀ ਕਰਾਂ। ਸੰਤ ਬਾਬਾ ਬੀਰਮਦਾਸ ਜੀ ਮਹਾਰਾਜ ਉਹ ਮਹਾਨ ਸਾਧੂ ਹੋਏ ਨੇ ਜਿਨ੍ਹਾਂ ਮਹਾਂਪੁਰਖਾਂ ਤੋਂ ਕਾਰ ਸੇਵਾ ਵਾਲੀ ਸੰਪਰਦਾ ਚੱਲੀ ਹੈ। ਜਿੰਨੇ ਗੁਰਸਥਾਨਾਂ ਦੀਆਂ ਸੇਵਾਵਾਂ ਹੋਈਆਂ ਨੇ, ਕਾਰ ਸੇਵਾ ਵਾਲੇ ਸਾਧੂਆਂ ਨੇ ਕੀਤੀਆਂ ਨੇ। ਵੱਡੇ ਵੱਡੇ ਅਸਥਾਨ ਬਣੇ, ਲੰਗਰ ਹਾਲ ਬਣੇ, ਸਰਾਵਾਂ ਬਣੀਆਂ, ਸੜਕਾਂ ਬਣੀਆਂ, ਪੁਲ ਬਣੇ, ਹਸਪੀਟਲ ਬਣੇ। ਕਾਰ ਸੇਵਾ ਵਾਲੇ ਸਾਧੂਆਂ ਨੇ ਜਿੱਥੇ ਜਿੱਥੇ ਸੇਵਾਵਾਂ, ਬੜੇ ਬੜੇ ਮਹਾਨ ਅਸਥਾਨ ਕਾਰ ਸੇਵਾ ਵਾਲਿਆਂ ਨੇ ਬਣਾਏ। ਕਾਰ ਸੇਵਾ ਜਿਤਨੀਆਂ ਵੀ ਜਥੇਬੰਦੀਆਂ ਕਾਰ ਸੇਵਾ ਦੀਆਂ, ਅੱਜ ਤੇ ਬਹੁਤ ਸ਼ਾਖਾਵਾਂ ਹੋ ਗਈਆਂ। ਦਿੱਲੀ ਵਾਲੇ ਮਹਾਂਪੁਰਖ, ਆਨੰਦਗੜ੍ਹ ਸਾਹਿਬ ਵਾਲੇ ਮਹਾਂਪੁਰਖ, ਸਰਹਾਲੀ ਵਾਲੀ ਸੰਪਰਦਾ, ਔਰ ਇਸੇ ਪ੍ਰਕਾਰ ਖਡੂਰ ਸਾਹਿਬ ਵਾਲੇ ਮਹਾਂਪੁਰਖ, ਤਰਨਤਾਰਨ ਸਾਹਿਬ ਵਾਲੇ ਸੰਤ ਬਾਬਾ ਜਗਤਾਰ ਸਿੰਘ ਜੀ ਮਹਾਰਾਜ। ਕਿੰਨੀਆਂ ਕਾਰ ਸੇਵਾ ਵਾਲੀਆਂ ਜਥੇਬੰਦੀਆਂ ਨੇ। ਪਰ ਇਹਨਾਂ ਸਾਰੀਆਂ ਜਥੇਬੰਦੀਆਂ ਦੀ ਜਿਹੜੀ ਸ਼ੁਰੂਆਤ ਹੈ, ਇਹ ਸਾਰੀਆਂ ਜਥੇਬੰਦੀਆਂ ਸ਼ੁਰੂ ਕਿੱਥੋਂ ਹੋਈਆਂ ਸੀ? ਇਹ ਸ਼ੁਰੂ ਹੋਈਆਂ ਸੀ ਬਾਬਾ ਬੀਰਮਦਾਸ ਜੀ ਮਹਾਰਾਜ ਤੋਂ। ਬਾਬਾ ਬੀਰਮਦਾਸ ਜੀ ਮਹਾਰਾਜ ਦੇ ਸੇਵਕ ਸਨ ਸੰਤ ਬਾਬਾ ਗੁਰਮੁਖ ਸਿੰਘ ਜੀ। ਬਹੁਤ ਪੜ੍ਹੇ ਲਿਖੇ ਸਾਧੂ ਸੀਗੇ ਬਾਬਾ ਗੁਰਮੁਖ ਸਿੰਘ ਜੀ। ਬਾਬਾ ਗੁਰਮੁਖ ਸਿੰਘ ਜੀ ਨੇ ਸੰਤ ਬਾਬਾ ਬੀਰਮਦਾਸ ਜੀ ਦੀ ਬਹੁਤ ਸੇਵਾ ਕੀਤੀ। ਜਦੋਂ ਸੇਵਾ ਤੋਂ ਪ੍ਰਸੰਨ ਹੋਏ, ਬੜੀ ਵੱਡੀ ਪਰਖ ਕੀਤੀ ਸੀ ਬਾਬਾ ਬੀਰਮਦਾਸ ਜੀ ਨੇ ਬਾਬਾ ਗੁਰਮੁਖ ਸਿੰਘ ਦੀ। ਉਸ ਪਰਖ ਦੇ ਵਿੱਚੋਂ 100/100 ਨੰਬਰ ਲੈ ਕੇ ਪਾਸ ਹੋਏ ਸੀ ਬਾਬਾ ਗੁਰਮੁਖ ਸਿੰਘ। ਤੇ ਬਾਬਾ ਗੁਰਮੁਖ ਸਿੰਘ ਨੂੰ ਫਿਰ ਬਾਬਾ ਬੀਰਮਦਾਸ ਨੇ ਪੁੱਛਿਆ ਸੀ, ਦੱਸ ਕੀ ਚਾਹੁੰਦਾ ਹੈ? ਤੇ ਉਸ ਵੇਲੇ ਝੋਲੀ ਅੱਡ ਕੇ ਬਾਬਾ ਗੁਰਮੁਖ ਸਿੰਘ ਜੀ ਨੇ ਮਹਾਰਾਜ ਬਾਬਾ ਬੀਰਮਦਾਸ ਨੂੰ ਕਿਹਾ ਸੀ, ਮਹਾਰਾਜ ਜੀ ਗੁਰੂ ਘਰਾਂ ਦੀਆਂ ਇਮਾਰਤਾਂ ਬਹੁਤ ਹਾਲਤ ਖਰਾਬ ਹੋ ਚੁੱਕੀ, ਮੇਰੀ ਝੋਲੀ ਵਿੱਚ ਕਿਰਪਾ ਕਰਕੇ ਇਹ ਕਾਰ ਸੇਵਾ ਪਾ ਦਿਓ, ਮੈਂ ਗੁਰੂ ਘਰਾਂ ਦੀ ਸੇਵਾ ਕਰਾ ਸਕਾਂ। ਉਸ ਵੇਲੇ ਫਿਰ ਬਾਬਾ ਬੀਰਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਅਧਿਆਨੀ ਪਈ ਸੀ। ਆਨੇ ਦਾ ਅੱਧਾ ਹਿੱਸਾ, ਅੱਧਾ ਆਨਾ ਅਧਿਆਨੀ ਪਈ ਸੀ ਉਸ ਵੇਲੇ। ਐਦਾਂ ਚੱਕੀ ਅਧਿਆਨੀ ਤੇ ਬਾਬਾ ਗੁਰਮੁਖ ਸਿੰਘ ਦੀ ਝੋਲੀ ਅੱਡੀ ਹੋਈ ਦੇ ਵਿੱਚ ਉਹ ਅੱਧਾ ਆਨਾ ਅਧਿਆਨੀ ਸੀ ਜਿਹੜੀ ਉਹ ਪਾ ਦਿੱਤੀ। ਕਹਿੰਦੇ ਲੈ ਗੁਰਮੁਖ ਸਿੰਘ, ਜਿੰਨੀ ਮਰਜ਼ੀ ਸੇਵਾ ਕਰਾ ਲਈ, ਜਿੰਨੇ ਮਰਜ਼ੀ ਖਰਚੇ ਕਰ ਲਈ, ਤੇਰੀ ਸੰਪਰਦਾ ਦੇ ਕੋਲ ਕਦੇ ਪੈਸਾ ਮੁੱਕੂਗਾ ਨਹੀਂ।
उस साधु की असीस, उस महापुरख की असीस कार सेवा वाली संप्रदा संत जरनैल सिंह खालसा भिंडरां वाले महापुरुष कहते हुंदे सी, ये कार सेवा वाले एक साधु हैं, कार सेवा वाले महापुरख हैं। जे यह चाहण तां गुरुद्वारियां दीयां बिल्डिंगां नूं नीआं तो लैके कलसां तक सोने दे बना सकदे। इन्हां विच इन्नी ताकत है, नीआं तो लैके कलसां तक सोने दे बना सकदे है, इन्हां विच इन्नी पावर है। ये संत जरनैल सिंह जी कहा करते सी। तो विशेष करके कार सेवा वाले महापुरख उस वेले बीड़ साहब वाले महाराज बाबा खड़क सिंह जी होंदे सी, ते बाबा जी बहुत सत्कार करते सी। होर भी कार सेवा वाले जितने भी साधु, तो भाव कहण तो ये है भी ये बाबा बीरमदास जी महाराज तो शुरू होईयां संप्रदायां। बहुत कमाई वाले साधु सी बाबा बीरमदास, उन्हां दा भी एक बहुत बड़ा इतिहास है। बाबा बीरमदास उन्हां दा, उन्हां बारे बचन सुनाउण लगीए तो शायद अज दा सारा समा उन्हां ते ही लग जाए। साडा टूक मात्र बेनती करन तो भाव ये है बई बाबा ज्वाला सिंह महाराज जियां दा ऐसे ऐसे त्यागी विरागी ब्रह्मनिष्ठी महापुरखां दे नाल मेल मिलाप हुंदा सी। ते संत महाराज बाबा ज्वाला सिंह साहिब जी जदों इन्हां नूं मिले सी, बहुत प्यार बख्शिया सी, इन्हां ने बहुत प्यार बख्शिया सी। ते बाबा बीरमदास जी ने खुश हो के बचन कीता सी, ज्वाला सिंह जिहदे वल निगाह भर के देख भी लएगा ना, एक निगाह करके ब्रह्म ज्ञान करा दिया करेगा, एडी किरपा वरतेगी तेरी दृष्टि विच भी। ये बाबा बीरमदास जी होनी बचन दिता सी संत महाराज बाबा ज्वाला सिंह जी। महापुरखां दा उन्हां नाल भी बहुत मेल मिलाप सी। संतां ने जदों डेरा आबाद कर लिया संतगढ़ हरखोवाल, ते 5-7 मस्ताने साधु तां संतां दे नाल आम ही रहा करते सी, हुंदे सी 5-7 मस्ताने। ते संतां दा टांडे वाले बाबा बूटा राम जी, बूटे शाह जी महाराज नाल भी बहुत प्यार सी। दिहाने पिंड दे विच एक मस्त बदेह मुक्त सीगे, उन्हां नाल भी संतां दा बहुत प्यार सी, महाराज बहुत चाहते हुंदे सी। इस मस्त नूं मस्तां दा बादशाह क्या करदे ही संत, बादशाहां वर्गी इन्हां दी बोल चाल सी। बादशाहां वांगू वार्तालाप करते हुक्म दिंदे हुंदे सी। किसी का नाम लै देना, वो फलानिया आ काम तू ठीक नहीं कीता, तैनू फलाना हुक्म कीता सी, ओए तू साडा हुक्म नहीं पूरा करिया। अपने सीस दे उत्ते लोहे का छतर रखते हुंदे सी, कहंदे सी असीं बादशाह। बड़े बड़े जज्जां दे दफ्तरां दे विच चले जांदे सी, उन्हां नूं कोई रोक नहीं सी सकदा, बल्कि जज नूं भी इदां हुक्म कर दिंदे सी, ते जज भी उन्हां दा कहा होया हुक्म नहीं सी टालदा, मनदा हुंदा सी। गुप्त तौर ते वचन करी जाने, फलानिया उत्थे हमला होने वाला, तोप दे गोले चलण वाले आ, लाहौरी दरवाजे हमला हो जाना, सरहिंदी दरवाजे चले जाओ, हुण इटली दीयां फौजां चढ़ पईयां, ऐदां उन्हां ने वचन करी जाने। ते 1942 की जिहड़ी जंग लगी सी, उहदे बाबत भी उन्हें पहले ही वचन कर दिता सी। ते जदों उन्हां दे वचनां बारे पता लगना शुरू होया, तो फिर गौरमेंट ने एक पुलिस इंस्पैक्टर की पक्की ड्यूटी ला दी भी तू मस्तां दे कोल रहना है, ते रोज़ दी रोज़ जो मस्त बोलते हैं वो डायरी बना के ते सानू भेजनी है। जिले का जिहड़ा इंचार्ज हुंदा सी, मालक हुंदा सी, DC, उस वेले रोज़ दी रोज़ मस्तां दे बोले हुए बोलां दी डायरी रोज़ चैक करदा सी भी अज मस्तां ने की कहा, कल मस्तां ने की कहा, वो चैक करदा सी रोज़। तो इहो जिहे साधु जिन्हां नाल महापुरखां दा मेल मिलाप सी। पिशौर दे इलाके जमरौद दे किले पठाणा ने बगावत कर दित्ती सी। रावलपिंडी सारा ब्रिगेड अगे ਨੂੰ मूव कर गया। उस समय हिंदुओं पर काफ़ी जुल्म हो रहे सी। फिर फौज ने बगावत दब लई, इलाके शांति हो गई।
उस समय एक अप टू डेट मस्ताने दे कोल आ गया, महापुरखों कोल आ गया, नमस्कार की। मस्तान ने पूछया तू कौन है, कित्थों आया? उन्हें दस्या मैं यकस्तान तो आया, उस इलाके चो। सुनते सार मस्ते नूं गालां देण लग पए, कहंदे तू उत्थे सुत्ता रहना, उत्थे गरीबां बेसहारियां ते इन्ने जुल्म होए आ ते तू उत्थे की करदा है, तेरी की जिम्मेवारी बनती है, कौन जवाब देवेगा? तैं सानू बगावत होने तो पहला क्यों ना खबर दिती, असी तेरा राज खो लवांगे, खाली होके रोवेगा तू। फिर उस अफसर ने बड़ियां मिन्नतां कीतियां, बेनतियां कीतियां। फिर मस्तान ने उन्होंने माफ़ करके वो जगह घल्लिया, ताड़ना की, अगे वास्ते सुस्ती नहीं वरतनी, प्रजा नूं कदे दुखी नहीं होण देना, प्रजा का ख्याल रखना है। तो इस तरह नाल उन्हां मस्तां नाल भी महापुरखों का बड़ा प्यार सी। एक बिलगा पिंड, उत्थे राजा जी मस्त महापुरख रहिंदे सी। ये राजा जी महापुरख जिहड़े होए ने, इन्हां दा असल नाम साध संगत सी राजा नाभ कमल। ये भी मस्त साधु सी, बड़ी कमाई सी इन्हां दी, जो वचन कह दिंदे सी पूरा हो जांदा सी। अज भी इन्हां दा एक स्थान जिथों इन्हां दे नाम नाल राजा अखर जुड़िया सी, नाम ते नाभ कमल सी, राजा अखर जिथों जुड़िया सी, सुजों पिंड पैंदा जी गढ़शंकर इलाके दे विच। उस इलाके च महापुरख गए हुए सी ते पिंड दे बाहर बाहर एक खेत दे विच डेरा ला लिया, बैठ गए। कहंदे ये इलाका साडा है, ये इलाका साडा है। एक खेत दे विच इट्टां मंगाउणियां शुरू करतियां, असीं तां अपना इत्थे महल बनाउणा है, कहंदे महल बनाउणा है, असीं राजे हां इत्थे दे। हुण मस्त जो कही जाण, इलाके दे जिहड़े श्रद्धालु सीगे वो मस्तां दा वचन मन्नी जाण, पर जिहदा खेत सी पिंड वाले सारे संतां दे खिलाफ, मस्तां दे खिलाफ, कहंदे तां कब्जा कर लैणे साध ने। इत्थों तक भी पिंड वाले इकट्ठे होके चढ़ाई करके आ गए भी इन्हां नूं कड्ढना है इत्थों। इकट्ठे होके आ गए, मस्त बैठे राजा जी महाराज बैठे, ते पिंड वालियां ने आके संतां दे डंडे मारे, संतां दे मस्तां दे मत्थे ते गली हो गई, खून चल पिया। वो कहंदे असीं तां इत्थे दे राजे हैं, ये सारा इलाका साडा है, इस इलाके दे असीं मालक हाँ, असीं राजे हाँ इत्थे दे, असीं इत्थे अपना बंगला बनाउणा है, असीं इत्थे अपना महल बनावांगे, बंगला बनावांगे इत्थे। वो कहंदे तां खेत साडे ने, फलाने दा खेत है, फलाने दा खेत, कहंदे तुहाडी ये जमीन नहीं है, तां साडी जमीन है। गल कोर्ट कचहरियां तक चली गई। जिस वेले हुण अफसर लोगों के ध्यान विच ये गल आई, जज बैठिया, मस्तां वल्लों भी सेवादार हाजिर होए, पुछया ये गल की है? आखे मस्ता गल कहंदे भी इलाका साडा है। मस्तां नूं आखे कहो भी साबित करने इलाका उन्हां दा है। मस्तां नूं कहा दसो जी, वो कहंदे माल महकमे का रिकॉर्ड कढ़ा के देखो। माल महकमे का रिकॉर्ड कढ़ाया, सुजों पिंड का जिन्ना रकबा सी वो सारा मस्तां दे नाम निकलिया। माल महकमे के रिकॉर्ड दे विच किसी की मलकीयत नहीं सी, वो जमीन मस्तां दे नाम निकली। अज भी उत्थे वो बंगला साहिब गुरुद्वारा बहुत सुंदर बनया होया, सारा इलाका उत्थे शरधा दे नाल नमस्कारां करदा, बहुत सुंदर गुरुद्वारा साहिब बनया होया है, शरधा दे नाल संगतां आउंदियां। उस दिन तो बाद फिर उन्हां नूं मस्तां नूं राजा साहिब कहण लग पए सी सारे, राजा जी कहंदे सी सारे, ते अपनी मौज दे विच ही रहिंदे सी। वो जो किसी नूं वचन कहता पूरा हो जांदा सी उसे वेले। उन्हां नाल भी संत बाबा ज्वाला सिंह जी महाराज दा बहुत प्यार सी, बहुत प्रेम सी उन्हां नाल। एक कालरे सरदार जरनैल सिंह दे खूह ते बाबा फत्तू जी रहिंदे सी मस्त, उन्हां नाल भी प्रेम सी। सो इस प्रकार मस्त भगत सिंह जी नाल बहुत प्यार सी।
ਬਾਬਾ ਭਾਜਾ ਸਿੰਘ ਜੀ ਆਨੰਦਪੁਰੀਏ, ਉਹਨਾਂ ਨਾਲ ਬੜਾ ਪਿਆਰ ਸੀ। ਇੱਕ ਅੰਬਾਲੇ GT ਰੋਡ ਦੇ ਨੇੜੇ ਰਹਿੰਦੇ ਸੀ ਮਸਤ, ਉਹ ਵੀ ਅਗੰਮਪੁਰੇ ਦੇ ਵਾਸੀ ਸੀ। ਜੰਡਿਆਲੇ ਲਾਗੇ ਇੱਕ ਮਸਤ ਰਹਿੰਦੇ ਸੀ ਮਹਾਂਪੁਰਸ਼, ਉਹਨਾਂ ਨਾਲ ਬੜਾ। ਡਮੇਲੀ ਵਿੱਚ ਮਸਤ ਗਿਆਨ ਚੰਦ ਜੀ ਮਹਾਰਾਜ, ਜਿਨ੍ਹਾਂ ਦੇ ਕਹੇ ਤੇ ਸੰਤ ਬਾਬਾ ਜਵਾਲਾ ਸਿੰਘ ਜੀ ਨੇ ਆਪਣਾ ਸਰੀਰ ਹੀ ਡਮੇਲੀ ਛੱਡਿਆ ਸੀ, ਉਹਨਾਂ ਨਾਲ ਬੜਾ ਪਿਆਰ ਸੀ। ਹਰ ਸਮੇਂ 5-7 ਮਸਤ ਸੰਤਾਂ ਦੇ ਕੋਲ ਹੀ ਰਹਿੰਦੇ ਸੀ। ਪਟਨੇ ਸਾਹਿਬ ਦੇ ਲਾਗੇ ਬਿਹਾਰ ਦੇ ਵਿੱਚ ਰਾਜਗਿਰੀ ਨਾਮ ਦਾ ਇੱਕ ਛੋਟਾ ਜਿਹਾ ਕਸਬਾ ਪੈਂਦਾ, ਉੱਥੇ ਇੱਕ ਮਸਤ ਸੀ ਮਹਾਂਪੁਰਸ਼, ਕਈ ਵਾਰੀ ਉਹਨਾਂ ਨੂੰ ਮਿਲਣ ਚਲੇ ਜਾਂਦੇ ਸੀ ਬਿਹਾਰ ਵਿੱਚ। ਇਹਨਾਂ ਸਾਰੇ ਮਸਤਾਂ ਨਾਲ ਪਿਆਰ ਸੀ। ਪਰ ਹਰਖੋਵਾਲ ਸਾਹਿਬ ਤੋਂ ਸਿਰਫ 2 ਮੀਲ ਤੇ ਹਰਮੋਇਆ ਪਿੰਡ ਸੀ। ਹਰਮੋਇਆ ਪਿੰਡ ਦੇ ਵਿੱਚ ਇੱਕ ਫਕੀਰ ਮਸਤ ਰਹਿੰਦੇ ਸੀ, ਜਿਨ੍ਹਾਂ ਦਾ ਨਾਮ ਹਸਨ ਮੁਹੰਮਦ ਸੀ। ਨਗਨ ਰਹਿੰਦੇ ਸੀ, ਦਿਗੰਬਰ ਉਹ ਵੀ ਰਹਿੰਦੇ ਸੀ, ਪਰ ਮਹਾਰਾਜ ਉਹਨਾਂ ਨੂੰ ਨਹੀਂ ਸੀ ਕਦੇ ਮਿਲਦੇ। ਸੈਂਕੜੇ ਮੀਲਾਂ ਦਾ ਸਫ਼ਰ ਤੈਅ ਕਰਕੇ ਹੋਰ ਮਸਤਾਂ ਦੇ ਕੋਲ ਆਪ ਚੱਲ ਕੇ ਜਾਂਦੇ ਸੀ, ਪਰ ਹਸਨ ਮੁਹੰਮਦ ਹਰਮੋਇਆ ਵਾਲੇ ਮਸਤਾਂ ਨੂੰ ਮਹਾਰਾਜ ਨਾ ਕਦੇ ਆਪ ਮਿਲਣ ਜਾਂਦੇ ਤੇ ਨਾ ਕਦੇ ਉਹ ਮਿਲਣ ਆਏ। ਤੇ ਸੰਤ ਬਾਬਾ ਬਿਸ਼ਨ ਸਿੰਘ ਜੀ ਮਹਾਰਾਜ ਨੇ ਇੱਕ ਵਾਰੀ ਪੁੱਛ ਲਿਆ, ਕਹਿੰਦੇ ਮਹਾਰਾਜ ਬਈ ਗੱਲ ਕੀ ਹੈ? ਐਡੀ ਐਡੀ ਦੂਰ ਜਾ ਕੇ ਮਸਤਾਂ ਨੂੰ ਮਿਲਦੇ ਹੋ, ਐਡੀ ਐਡੀ ਦੂਰ ਜਾ ਕੇ ਮਸਤਾਂ ਦਾ ਦਰਸ਼ਨ ਕਰਦੇ ਹੋ, ਮਸਤਾਂ ਨੂੰ ਦਰਸ਼ਨ ਦਿੰਦੇ ਹੋ, ਪਰ 2 ਮੀਲਾਂ ਤੇ ਮਸਤ ਹਸਨ ਮੁਹੰਮਦ ਬੈਠਾ, ਕਦੇ ਨਾ ਉਹਨੂੰ ਮਿਲਣ ਗਏ, ਨਾ ਉਹਨੂੰ ਕਦੇ ਦਰਸ਼ਨ ਦਿੱਤੇ, ਨਾ ਉਹਦੇ ਕਦੇ ਦਰਸ਼ਨ ਕੀਤੇ, ਗੱਲ ਕੀ? ਮਹਾਰਾਜ ਕਹਿੰਦੇ ਕੋਈ ਨਹੀਂ, ਸਮਾਂ ਆਊਗਾ ਸੰਤ ਜੀ, ਇਹ ਵੀ ਦੱਸਾਂਗੇ ਵੀ ਅਸੀਂ ਉਹਨਾਂ ਨੂੰ ਕਿਉਂ ਨਹੀਂ ਮਿਲਦੇ, ਸਮਾਂ ਆਊਗਾ। 1946 ਸੰਨ ਚੜ੍ਹਿਆ, ਹੋਲੇ ਮਹੱਲੇ ਦੇ ਦਿਨਾਂ ਤੋਂ ਬਾਅਦ ਸੰਤ ਜੀ ਮਹਾਰਾਜ ਹਜੂਰ ਸਾਹਿਬ ਚਲੇ ਗਏ। ਬਾਬਾ ਜਵਾਲਾ ਸਿੰਘ ਜੀ ਹੀਰਾ ਘਾਟ ਗੋਦਾਵਰੀ ਦੇ ਕੰਢੇ ਆਸਣ ਲਾ ਕੇ ਬਹਿ ਗਏ। ਥੋੜੇ ਜਿਹੇ ਸਿੰਘ ਸੀ ਮਹਾਰਾਜ ਦੇ ਨਾਲ। ਇੱਕ ਵਾਰੀ ਬੈਠੇ 4 ਪਹਿਰ ਬੈਠੇ ਰਹੇ। ਜਿੰਨੇ ਵਜੇ ਸਵੇਰੇ ਬੈਠੇ ਸ਼ਾਮ ਨੂੰ ਉਨੇ ਵਜੇ ਚੌਂਕੜਾ ਖੁੱਲਿਆ। 4 ਪਹਿਰਾਂ ਤੋਂ ਬਾਅਦ ਥੋੜਾ ਜਿਹਾ ਪਾਣੀ ਜਵੈਣ ਰਿੰਨ ਕੇ 1.5 ਕੁਪਾ ਪਾਣੀ ਫਿੱਕਾ ਪੀਤਾ। ਉਦੋਂ ਬਾਅਦ ਫੇਰ ਚੌਂਕੜਾ ਲਾ ਕੇ ਬਹਿ ਗਏ। ਫਿਰ 8 ਪਹਿਰ ਨਾਲ ਚੌਂਕੜਾ ਖੋਲਿਆ, ਨੇਤਰ ਬੰਦ ਕਰਕੇ ਬਹਿ ਗਏ। 8 ਪਹਿਰਾਂ ਬਾਅਦ ਨੇਤਰ ਖੋਲੇ। 8 ਪਹਿਰਾਂ ਤੋਂ ਬਾਅਦ ਫੇਰ ਉਸੇ ਤਰ੍ਹਾਂ ਜਵੈਣ ਦਾ ਰਿੱਝਿਆ ਪਾਣੀ ਥੋੜਾ ਜਿਹਾ ਪੀਤਾ, ਸਰੀਰ ਨੂੰ ਖੁਰਾਕ ਦਿੱਤੀ। ਫਿਰ 1 ਮੀਲ ਗੋਦਾਵਰੀ ਦੇ ਕੰਢੇ ਕੰਢੇ ਫਿਰ ਕੇ ਸੈਰ ਕੀਤੀ ਹਜੂਰ ਨੇ। ਫਿਰ ਇਸੇ ਤਰ੍ਹਾਂ ਸਮਾਂ ਬੀਤਦਾ ਗਿਆ। ਚੌਥੇ ਹਫ਼ਤੇ ਤਾਂ ਐਸੀ ਹੱਦ ਕੀਤੀ ਵੀ 16 ਪਹਿਰ 48 ਘੰਟੇ ਚੌਂਕੜਾ ਨਹੀਂ ਖੁੱਲਿਆ। 48 ਘੰਟੇ ਸਮਾਧੀ ਲਾ ਕੇ ਬੈਠੇ ਰਹੇ। ਜਦੋਂ ਮਹਾਰਾਜ ਇੰਨਾ ਤਪ ਕਰ ਰਹੇ ਸੀ ਬਾਬਾ ਜਵਾਲਾ ਸਿੰਘ ਜੀ, ਤਾਂ ਉਹਨਾਂ ਦੇ ਚਿਹਰੇ ਦਾ ਜਲਾਲ ਚੜ੍ਹਦੇ ਸੂਰਜ ਦੀ ਤਰ੍ਹਾਂ ਹੋ ਗਿਆ ਸੀ। ਤੇ ਅਣਜਾਣ ਪੁਰਸ਼ ਸੀਗੇ ਜਿਹੜੇ ਸੰਤਾਂ ਦੀ ਤਪੱਸਿਆ ਦੇਖ ਕੇ ਹੈਰਾਨ ਵੀ ਸੀਗੇ ਤੇ ਡਰੇ ਹੋਏ ਵੀ ਸੀ ਵੀ ਗੱਲ ਕੀ, ਸੰਤ ਇੰਨੀ ਕਠਿਨ ਤਪੱਸਿਆ ਕਿਉਂ ਕਰ ਰਹੇ ਆ। ਜੋ ਸੇਵਾਦਾਰ, ਉਹਨਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ ਸੀ ਵੀ ਸੰਤ ਕਿਉਂ ਇੰਨੀ ਕਠਿਨ ਤਪੱਸਿਆ ਕਰਦੇ, ਤੇ ਨਾ ਕਿਸੇ ਦੀ ਪੁੱਛਣ ਦੀ ਹਿੰਮਤ ਸੀ। 3 ਹਫ਼ਤੇ ਸੰਤਾਂ ਨੂੰ ਇਸ ਤਰ੍ਹਾਂ ਤਪ ਕਰਦਿਆਂ ਉੱਥੇ ਹੋ ਗਏ। ਸਮਾਧੀ ਤੋਂ ਉਥਾਨ ਹੁੰਦੇ, ਜਵੈਣ ਦਾ ਥੋੜਾ ਜਿਹਾ ਕੜਿਆ ਹੋਇਆ ਪਾਣੀ ਪੀਂਦੇ, ਗੋਦਾਵਰੀ ਦੇ ਕੰਢੇ ਥੋੜਾ ਸਮਾਂ ਟਹਿਲਦੇ। ਘੰਟਾ ਕੁ ਆਰਾਮ ਕਰਨ ਤੋਂ ਬਾਅਦ ਫਿਰ ਸੰਤ ਸਮਾਧੀ 'ਚ ਬੈਠ ਜਾਂਦੇ। 1 ਹਫ਼ਤਾ ਲਗਾਤਾਰ ਸਮਾਧੀ ਵਿੱਚ ਬੈਠਿਆਂ ਲੰਘ ਗਿਆ। ਹਫ਼ਤੇ ਤੋਂ ਬਾਅਦ ਸੰਤਾਂ ਦੀ ਸਮਾਧੀ ਖੁੱਲੀ। ਨੇਤਰਾਂ ਦਾ ਜਲਾਲ, ਚਿਹਰੇ ਵੱਲ ਕੋਈ ਤੱਕ ਨਹੀਂ ਸੀ ਸਕਦਾ, ਐਸਾ ਪ੍ਰਭਾਵ ਸੀ ਉਸ ਵੇਲੇ। ਇੰਨੀ ਕਠਿਨ ਤਪੱਸਿਆ, ਕੋਈ ਗੱਲਬਾਤ ਨਹੀਂ ਸੀ ਕਰ ਸਕਦਾ, ਪੁੱਛ ਨਹੀਂ ਸੀ ਸਕਦਾ ਕੋਈ ਵੀ ਮਹਾਰਾਜ ਗੱਲ ਕੀ ਹੈ। ਹੁਣ ਇਸੇ ਤਰ੍ਹਾਂ 5ਵਾਂ ਹਫ਼ਤਾ ਆ ਗਿਆ। ਸਮਾਧੀ ਸਥਿਤ ਸਾਰਾ ਹਫ਼ਤਾ ਲੰਘ ਗਿਆ। ਫੇਰ ਖਿਆਲ ਸੀ ਸੇਵਾਦਾਰਾਂ ਦਾ ਵੀ ਹੁਣ ਹਫ਼ਤਾ ਪੂਰਾ ਹੋ ਗਿਆ, ਹੁਣ ਸੰਤਾਂ ਨੇ ਸਮਾਧੀ ਖੋਲ ਲੈਣੀ ਹੈ। ਪਰ ਸੰਤ ਹਫ਼ਤਾ ਪੂਰਾ ਹੋਏ ਤੇ ਵੀ ਸਮਾਧੀ ਚੋਂ ਨਾ ਉੱਠੇ।
सेवादार कुछ घबरा गए भी गल की हो गई। एक दिन बीत गया, दूजा दिन बीत गया, पूरे 10 दिनों बाद संतां ने समाधि खोली। अज सेवादारां नूं इदां लग्या भी जब 10 दिनों बाद संत महाराज चौंकड़े चों उठे, समाधि चों उठे, भी अज तां साडे लई सूरज चढ़िया। सारियां दे चेहरे खिड़ गए। प्यार हुंदा सेवादारां दा महापुरखां दे नाल। प्रसन्न हो गए सारे सेवादार, और संत भी हुण सारे सेवादारां नाल बड़े खुश हो के बचन विलास करन लगे। हुण सेवादारां दे चित्त विच एक होर फिकर पिया भी संत थोड़ा चिर समाधि चों बाहर रहिंदे, हौली हौली अपनी समाधि का समा वधाई जाते आ, ते हुण जे संत समाधि च बैठ गए, हुण पता नहीं किन्ने दिनों बाद उठणगे। तां संत महाराज नूं सेवादारां ने हिम्मत करके पुछे लिया, कहंदे महाराज जी हुण तां नहीं समाधि विच बैठना। तां सारे सिंह देख के हैरान सन कि संतां दी आवाज़ दे विच कोई फर्क नहीं पिया, ना शरीर कमज़ोर होया। देखो साध संगत जी, सुखमनी साहिब दे विच महाराज कहंदे प्रभ भावै बिन सास ते रख है। जे परमेश्वर चाहे बिना साहां तो भी रख सकदा है, बिना खुराक तो शरीर नूं रखना तां गल ही कुछ नहीं है महाराज वास्ते। बिना खुराक तो रखना तां कुछ भी गल नहीं है, बिना साहां तो भी रख सकदा है। ये गल एक बारी संत महाराज बाबा हरनाम सिंह जी रामपुर खेड़े वाले जदों ये पंक्ति पढ़ी ना महापुरुषां ने, प्रभ भावै बिन सास ते रख है, ते उन्होंने फैसला करिया भी असीं देखिए इस गल नूं अपने ते घटा के भी जिहड़ा परमेश्वर बिना साहां तो रख सकदा, वो बिना भोजन तो भी रख सकदा, ते क्यों ना असीं इस गल नूं अपने शरीर ते हंडा के देखिए। बाबा हरनाम सिंह रामपुर खेड़े वाले सेवादारां नूं कहंदे भी असीं हुण 40 दिन अपनी कुटिया चों बाहर नहीं आउणा। 40 दिन ना भोजन छकना है, ना जल छकना है, छकना नहीं हुण असीं कुछ भी। 40 दिन साडी कुटिया दा बूहा ना खोलिओ। 40 दिनां तो बाद 41वें दिन जे तां असीं अपने आप बाहर आ गए तां ठीक है, जे असीं बाहर ना आए 41वें दिन तुसीं बूहा पट के जे असीं चढ़ाई कर गए होए तो साडे शरीर नूं बाहर कढ के संस्कार कर देना। इन्नी दृढ़ता, कैसी कुर्बानी, कैसे महापुरख सीगे जी वो। ते संत बाबा हरनाम सिंह जी 40 दिन वास्ते अपनी कुटिया दे विच गुफा दे विच बैठ गए, भोरे विच बैठ गए। 41वें दिन महापुरख बाहर निकले। कहंदे गुरु साहिब ने जो वचन लिखे अखर अखर सत्य है, जे वो बिना साहां तो रख सकदा ते बिना भोजन तो भी रख सकदा है। इत्थे हुण अज दी साइंस फेल है बई भोजन तो बिना इन्ने दिन शरीर बच सकदा है, पानी तो बिना इन्ने दिन शरीर बच सकदा है। पर महापुरखां दे जिहड़े तजर्बे, महापुरखां ने नाम दा आसरा, नाम दे आसरे किन्ना किन्ना चिर आपदे शरीर नूं रखिया। ते हुण संत महाराज ने इन्नी कठिन तपस्या कीती। सेवादार पुछदे महाराज हुण भी तुसीं 10वें दिन आके हुण उठ के महाराज जी जवैण दा ही पानी पीता, वो भी फिक्का। महाराज फिर थोड़ा चिर पलंग ते बराजे। सेवादार मुट्ठी चापी कर लग पे, शरीर घुटन लग पे। हजूर ने कहा, कहंदे बाबा बिशन सिंह जी नूं चिट्ठी पाउणी है। उन्हां समयां दे विच कार्ड हुंदे सी, कार्ड लिख के पाए जांदे सी। चिट्ठी लिख के बाबा बिशन सिंह जी नूं पाई बई तुसीं हरमोई जाके मस्तां दा हाल पुछो की है, ठीक ठाक है। वो चिट्ठी संत बिशन सिंह जी दे कोल छोटे नंगल पुजी। उसे समय संत बिशन सिंह जी हरमोई आ गए। हरमोई आके की देखिया, उत्थे तां संगत बड़ी इकट्ठी हुई है, कवालियां हो रही ने, बड़ा इकट्ठ है। संत बिशन सिंह जी ने आके मस्तां दे एक श्रद्धालू नूं कहा भी ये की गल होई। कहंदे मस्त चढ़ाई कर गए।
ਮਸਤਾਂ ਦੇ ਸ਼ਰਧਾਲੂ ਨੂੰ ਪੁੱਛਿਆ ਵੀ ਗੱਲ ਕੀ ਹੋਈ, ਚੜ੍ਹਾਈ ਕਿਵੇਂ ਕਰ ਗਏ? ਤੇ ਉਹ ਕਹਿਣ ਲੱਗੇ, ਕਹਿੰਦੇ ਜੀ ਮੈਂ ਹਰ ਟਾਈਮ ਸੰਤਾਂ ਦੇ ਕੋਲ ਹੀ ਰਿਹਾ, ਮਸਤਾਂ ਦੇ ਕੋਲ। ਉਹਨਾਂ ਨੂੰ ਬਿਮਾਰੀ ਕੋਈ ਨਹੀਂ ਸੀ, ਨਾ ਕੋਈ ਬੁਖਾਰ ਸੀ, ਕੋਈ ਦੁੱਖ ਨਹੀਂ ਸੀ ਸਰੀਰ ਨੂੰ। ਚੜ੍ਹਾਈ ਕਰਨ ਤੋਂ 2-3 ਦਿਨ ਪਹਿਲਾਂ ਦੁਹਾਈਆਂ ਪਾਉਂਦੇ ਰਹੇ, ਨੱਠ ਕੇ ਡੇਰੇ ਸੰਤਗੜ੍ਹ ਹਰਖੋਵਾਲ ਵੱਲ ਨੂੰ ਜਾਂਦੇ ਸੀ। ਕਿੰਨੀ ਦੂਰ ਤੱਕ ਜਾ ਕੇ ਫੇਰ ਮੁੜ ਆਉਂਦੇ ਸੀ, ਦੁਹਾਈਆਂ ਦਿੰਦੇ ਸੀ, ਹੇ ਮਹਾਰਾਜ ਬਾਬਾ ਜਵਾਲਾ ਸਿੰਘ, ਮੈਂ ਭੁੱਲ ਗਿਆ, ਮੈਨੂੰ ਰੱਖ ਲੈ, ਐਸੀ ਗਲਤੀ ਮੁੜ ਕੇ ਨਹੀਂ ਮੈਂ ਕਰਦਾ। ਬਸ 3 ਦਿਨ ਇਹੀ ਦੁਹਾਈਆਂ ਦਿੰਦਾ ਰਿਹਾ ਤੇ ਅਖੀਰ ਤੀਜੇ ਦਿਨ ਚੜ੍ਹਾਈ ਕਰ ਗਿਆ, ਖਤਮ ਹੋ ਗਿਆ। ਬਾਬਾ ਬਿਸ਼ਨ ਸਿੰਘ ਜੀ ਸੁਣ ਕੇ ਬੜੇ ਹੈਰਾਨ ਹੋਏ ਵੀ ਗੱਲ ਕੀ ਹੋ ਗਈ। ਫਿਰ ਚਿੱਠੀ ਰਾਹੀਂ ਸੰਤਾਂ ਨੂੰ ਲਿਖ ਕੇ ਇਹ ਭੇਜੀ ਗੱਲ ਸਾਰੀ ਵੀ ਮਸਤਾਨਾ ਆਹ ਹਾਲਤ ਹੋ ਕੇ ਚੜ੍ਹਾਈ ਕਰ ਗਿਆ, ਵੀ ਹੁਣ ਮਹਾਰਾਜ ਤੁਸੀਂ ਕਿਰਪਾ ਕਰਕੇ ਦੱਸੋ ਗੱਲ ਕੀ ਹੋਈ। ਸੰਤਾਂ ਨੇ ਫਿਰ ਉਧਰੋਂ ਚਿੱਠੀ ਭੇਜੀ ਵੀ ਜਦੋਂ ਪੰਜਾਬ ਆਵਾਂਗੇ ਫਿਰ ਗੱਲ ਦੱਸਾਂਗੇ, ਇਹ ਚਿੱਠੀਆਂ ਦੇ ਵਿੱਚ ਦੱਸਣ ਵਾਲੀ ਗੱਲ ਨਹੀਂ ਹੈ। ਸੰਤ ਮਹਾਰਾਜ ਤਕਰੀਬਨ 2.5 ਮਹੀਨੇ ਤੋਂ ਬਾਅਦ ਫਿਰ ਪੰਜਾਬ ਆਏ। ਜਦ ਡੇਰੇ ਆਏ, ਡੇਰੇ ਆ ਕੇ ਤੇ ਸਾਰਿਆਂ ਦੇ ਦਰਸ਼ਨ ਮੇਲੇ ਹੋਏ ਤਾਂ ਸੰਤ ਬਿਸ਼ਨ ਸਿੰਘ ਜੀ ਮਹਾਰਾਜ ਵੀ ਆ ਗਿਆ। ਫਿਰ ਸੰਤਾਂ ਦੇ ਅੰਦਰ ਜੋ ਸਵਾਲ ਸੀ ਬਾਬਾ ਬਿਸ਼ਨ ਸਿੰਘ ਜੀ ਦੇ, ਪੁੱਛਿਆ ਮਹਾਰਾਜ ਮਸਤਾਂ ਵਾਲੀ ਗੱਲ ਤਾਂ ਖੋਲੋ, ਗੱਲ ਕੀ ਸੀ ਇਹ? ਤਾਂ ਉਸ ਵੇਲੇ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ, ਸੰਤ ਜੀ ਵੈਸੇ ਤਾਂ ਇਹ ਭੇਦ ਖੋਲਣ ਵਾਲਾ ਹੈ ਨਹੀਂ, ਇਹ ਭੇਦ ਦੱਸਣ ਵਾਲਾ ਨਹੀਂ ਹੈ, ਪਰ ਤੁਸੀਂ ਖੁਦ ਸੰਤ ਲੋਕ ਹੋ, ਇਸ ਕਰਕੇ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ। ਕਹਿੰਦੇ ਮਹਾਰਾਜ ਦੱਸੋ ਕਿਰਪਾ ਕਰਕੇ। ਕਹਿੰਦੇ ਸੁਣੋ, ਕਹਿੰਦੇ ਜਿੰਨੇ ਵੀ ਰੂਹਾਨੀਅਤ ਦੇ ਵਿੱਚ ਗਿਆਨ ਵਿਗਿਆਨ ਦੇ ਮਾਰਫਤ ਜਾਣੂ ਅਗੰਮੀ ਮਹਾਂਪੁਰਖ ਹੁੰਦੇ ਹੈ, ਉਹਨਾਂ ਦਾ ਇਕੱਠ ਹੁੰਦਾ ਹੈ, ਉਹਨਾਂ ਦੀ ਮੀਟਿੰਗ ਹੁੰਦੀ ਹੈ, ਸਭਾ ਲੱਗਦੀ ਹੈ ਉਹਨਾਂ ਦੀ। ਇਸ ਦੁਨੀਆ ਦੇ ਵਿੱਚ ਜਿਹੜੇ ਵੀ ਕੰਮ ਹੁੰਦੇ ਹੈ, ਉਸ ਸਭਾ ਦੇ ਵਿੱਚ ਫਿਰ ਸੰਤ ਲੋਕ ਵਿਚਾਰ ਕਰਦੇ ਹੈ ਬਈ ਆਹ ਗੱਲ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ। ਕਹਿੰਦੇ ਸਾਰੇ ਸਾਧੂ ਸੰਤ ਮਹਾਤਮਾ ਉੱਥੇ ਇਕੱਠੇ ਹੁੰਦੇ ਆ, ਉਸ ਮੀਟਿੰਗ ਦੇ ਵਿੱਚ, ਉਸ ਸਭਾ ਦੇ ਵਿੱਚ ਇਕੱਠੇ ਹੁੰਦੇ ਸਾਰੇ। ਕਹਿੰਦੇ ਹੁਣ ਜਦੋਂ ਉੱਥੇ ਇਕੱਠ ਹੋਇਆ, ਵਿਚਾਰ ਹੋਈ ਬਈ ਦੇਸ਼ ਦੀ ਵੰਡ ਹੋਣੀ ਹੈ, ਭਾਰਤ ਵਰਸ਼ 2 ਹਿੱਸਿਆਂ ਦੇ ਵਿੱਚ ਵੰਡਿਆ ਜਾਣਾ ਹੈ। ਇੱਕ ਹਿੱਸੇ ਵਿੱਚ ਮੁਸਲਮਾਨ ਰਹਿ ਜਾਣੇ ਹੈ, ਇੱਕ ਹਿੱਸੇ ਦੇ ਵਿੱਚ ਹਿੰਦੂ ਭਾਈਚਾਰਾ ਰਹਿ ਜਾਣਾ ਹੈ। ਤੇ ਉਸ ਵੇਲੇ ਵਿਚਾਰ ਹੋ ਰਹੀ ਸੀ ਬਈ ਇਹ ਵੰਡ ਕਿਸ ਹਿਸਾਬ ਨਾਲ ਹੋਵੇ, ਦੇਸ਼ ਦੀ ਜਿਹੜੀ ਸੀਮਾ ਹੈ ਉਹ ਕੀ ਬਣੇ। ਕਹਿੰਦੇ ਉਸ ਵੇਲੇ ਇਹਨਾਂ ਨੇ ਹਰਮੋਇਆਂ ਵਾਲੇ ਮਸਤਾਂ ਨੇ ਕਿਹਾ ਵੀ ਦੇਸ਼ ਦੀ ਪਾਕਿਸਤਾਨ ਦੀ ਜਿਹੜੀ ਹੱਦ ਹੈ ਉਹ ਜਮਨਾ ਦਰਿਆ ਬਣਨੀ ਚਾਹੀਦੀ ਹੈ, ਜਮਨਾ ਤੱਕ ਪਾਕਿਸਤਾਨ ਬਣਨਾ ਚਾਹੀਦਾ, ਦਿੱਲੀ ਤੱਕ, ਐਡਾ ਵੱਡਾ ਪਾਕਿਸਤਾਨ ਬਣਨਾ ਚਾਹੀਦਾ ਹੈ। ਕਹਿੰਦੇ ਉਸ ਵੇਲੇ ਸਿੱਖ ਸਾਧੂਆਂ ਨੇ ਕਿਹਾ ਵੀ ਇਹ ਨਹੀਂ ਹੋ ਸਕਦਾ, ਬਈ ਹਰਮੰਦਰ ਸਾਹਿਬ, ਕੇਸਗੜ੍ਹ ਸਾਹਿਬ, ਤਰਨਤਾਰਨ ਸਾਹਿਬ, ਖਡੂਰ ਸਾਹਿਬ, ਦਮਦਮਾ ਸਾਹਿਬ, ਇਹ ਜਿੰਨੇ ਸਥਾਨ ਹੈਗੇ ਆ ਇਹ ਸਾਰੇ ਪੰਜਾਬ 'ਚ ਰਹਿਣੇ ਚਾਹੀਦੇ ਆ। ਇਸ ਕਰਕੇ ਰਾਵੀ ਨੂੰ ਹੱਦ ਬਣਾਇਆ ਜਾਵੇ, ਰਾਵੀ ਹੱਦ ਬਣਨੀ ਚਾਹੀਦੀ ਹੈ। ਕਹਿੰਦੇ ਬਾਕੀ ਸਾਰੇ ਇਸ ਗੱਲ ਨਾਲ ਸਹਿਮਤ ਸੀਗੇ, ਪਰ ਹਰਮੋਇਆਂ ਵਾਲੇ ਮਸਤ ਸੀਗੇ ਜਿਹੜੇ, ਇਹ ਨਹੀਂ ਸੀ ਸਹਿਮਤ। ਇਹ ਕਹਿੰਦੇ ਸੀ ਨਹੀਂ, ਮੈਂ ਜਮਨਾ ਹੱਦ ਬਣਾਉਣੀ ਹੈ ਤੇ ਪਾਕਿਸਤਾਨ ਉੱਥੇ ਤੱਕ ਬਣਨਾ ਚਾਹੀਦਾ ਹੈ, ਉੱਥੇ ਤੱਕ ਪਾਕਿਸਤਾਨ ਬਣਨਾ ਚਾਹੀਦਾ। ਤੇ ਸਾਧ ਸੰਗਤ, ਸੰਤ ਮਹਾਰਾਜ ਕਹਿੰਦੇ ਇਹ ਮਸਲਾ ਨਿਰੰਕਾਰ ਪਰਮੇਸ਼ਰ ਦੇ ਸਨਮੁਖ ਪੇਸ਼ ਹੋਇਆ। ਕਹਿੰਦੇ ਜਿਸ ਵੇਲੇ ਮਸਲਾ ਪੇਸ਼ ਹੋਇਆ ਤੇ ਉਧਰੋਂ ਹੁਕਮ ਹੋਇਆ ਵੀ ਜਿਹਦੀ ਕਮਾਈ ਜ਼ਿਆਦੇ ਹੈ ਉਹਦਾ ਵਚਨ ਮੰਨਿਆ ਜਾਣਾ ਹੈ, ਜਿਹਦੀ ਭਗਤੀ ਜ਼ਿਆਦੇ ਹੈ ਵਚਨ ਉਹਦਾ ਮੰਨਿਆ ਜਾਣਾ ਹੈ।
ਕਹਿੰਦੇ ਜੀ ਫਿਰ ਉਸ ਵੇਲੇ ਹਰਮੋਇਆਂ ਵਾਲੇ ਮਸਤਾਂ ਦੀ ਕਮਾਈ ਜ਼ਿਆਦਾ ਨਿਕਲੀ। ਕਹਿੰਦੇ ਫਿਰ ਇੱਧਰ ਸਿੱਖ ਸੰਤਾਂ ਸਾਧੂਆਂ ਵੱਲੋਂ ਬਾਬਾ ਵੀਰਮਦਾਸ ਵਧੌਸ਼ੀ ਵਾਲਿਆਂ ਨੇ ਬਾਬਾ ਜਵਾਲਾ ਸਿੰਘ ਜੀ ਕਹਿੰਦੇ ਸਾਡੀ ਡਿਊਟੀ ਲਾਈ ਬਈ ਹੁਣ ਤੁਸੀਂ ਤਪੱਸਿਆ ਕਰੋ, ਤੁਹਾਡੀ ਭਗਤੀ ਇਹਨਾਂ ਨਾਲੋਂ ਜਦ ਵੱਧ ਜਾਏਗੀ ਤਾਂ ਫਿਰ ਸਾਡਾ ਬਚਨ ਮੰਨਿਆ ਜਾਏਗਾ। ਕਹਿੰਦੇ ਇਸ ਕਰਕੇ ਫਿਰ ਅਸੀਂ ਵਿਚਾਰ ਕੀਤੀ ਵੀ ਕਿਹੜੀ ਧਰਤੀ ਪਵਿੱਤਰ ਹੈ ਜਿੱਥੇ ਜਾ ਕੇ ਭਗਤੀ ਕਰੀਏ। ਕਹਿੰਦੇ ਫਿਰ ਸਾਨੂੰ ਸਭ ਤੋਂ ਪਵਿੱਤਰ ਧਰਤੀ ਹਜੂਰ ਸਾਹਿਬ ਦੀ ਦਿਸੀ। ਹਜੂਰ ਸਾਹਿਬ ਫਿਰ ਅਸੀਂ ਚਲੇ ਗਏ। ਫਿਰ ਉੱਥੇ ਕਠਨ ਤਪੱਸਿਆ ਕਰੀ, ਜਿਸ ਤਪੱਸਿਆ ਦੇ ਬਾਰੇ ਆਪ ਜੀ ਸੁਣ ਚੁੱਕੇ ਹੋ। ਕਹਿੰਦੇ ਫਿਰ ਉੱਥੇ ਕਠਨ ਤਪ ਕਰਿਆ। ਕਹਿੰਦੇ ਜਿਸ ਵੇਲੇ 35 ਦਿਨ ਹੋ ਗਏ ਸੀ ਸਾਨੂੰ, 40 ਦਿਨ ਦਾ ਚਲੀਸਾ ਕਰਨਾ ਸੀ। ਕਹਿੰਦੇ ਜਦੋਂ 35 ਦਿਨ ਹੋ ਗਏ ਤਾਂ ਫਿਰ ਇਹ ਮਸਤਾਨਾ ਮਿਹਨਤਾਂ ਕਰਨ ਲੱਗ ਪਿਆ ਬਈ ਸੰਤ ਜਵਾਲਾ ਸਿੰਘ ਜੀ ਹੁਣ ਤੁਸੀਂ ਛੱਡ ਦਿਓ ਆਪਣਾ ਚਲੀਸਾ ਤੇ ਮੈਂ ਤੁਹਾਡੀ ਗੱਲ ਮੰਨੂਗਾ, ਮੈਂ ਜਿਵੇਂ ਤੁਸੀਂ ਕਹੋਗੇ ਇਸ ਗੱਲ ਨੂੰ ਤਿਆਰ ਆ, ਰਾਵੀ ਹੀ ਹੱਦ ਬਣਨੀ ਚਾਹੀਦੀ ਹੈ, ਮੈਂ ਨਹੀਂ ਜਿੱਦ ਕਰਾਂਗਾ ਤੇ ਤੁਸੀਂ ਹੁਣ ਵਾਪਸ ਆ ਜਾਓ। ਕਹਿੰਦੇ ਉਸ ਵੇਲੇ ਹੁਣ ਅਸੀਂ 40 ਦਿਨ ਦੀ ਅਰਦਾਸ ਕੀਤੀ ਹੋਈ ਸੀ ਤੇ ਬਾਕੀ ਸਾਰੇ ਮਹਾਂਪੁਰਖਾਂ ਨੇ ਮਸਤਾਨੇ ਦੇ ਉਲਟ ਮਤਾ ਪਾਸ ਕੀਤਾ ਹੋਇਆ ਸੀ ਬਈ ਇਹ ਹੁਣ 40 ਦਿਨ ਭਗਤੀ ਕਰਕੇ ਇਹਦੇ ਮਤਸਵੀ ਖਿਆਲਾਂ ਦੇ ਉੱਪਰ ਜਾਇਆ ਜਾਵੇ। ਇਹ ਸਾਰਿਆਂ ਦੇ ਵਿੱਚ ਫਰਕ ਪਾ ਰਿਹਾ ਹੈ। ਕਹਿੰਦੇ ਇਸ ਮਸਤਾਨੇ ਨੇ 3 ਵਾਰੀ ਡੇਰੇ ਸੰਤਗੜ੍ਹ ਅੱਗ ਵੀ ਲਾਈ, ਆਪਣੀ ਸ਼ਕਤੀ ਦੇ ਨਾਲ ਅੱਗ ਵੀ ਲਾਈ, ਪਰ ਕਹਿੰਦੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਕੋਈ ਨੁਕਸਾਨ ਨਹੀਂ ਹੋਣ ਦਿੱਤਾ ਡੇਰੇ ਦਾ। ਇਹ ਮਤਸਬੀ ਖਿਆਲਾਂ ਦਾ ਸੀ। ਕਹਿੰਦੇ ਤੁਸੀਂ ਸਾਨੂੰ ਪੁੱਛਦੇ ਹੁੰਦੇ ਸੀ ਨਾ ਵੀ ਐਡੀ ਐਡੀ ਦੂਰ ਜਾ ਕੇ ਹੋਰ ਮਸਤਾਂ ਨੂੰ ਮਿਲਦੇ ਹੋ, ਆਹ 2 ਮੀਲਾਂ ਤੇ ਹਰਮੋਇਆਂ ਦਾ ਮਸਤ ਬੈਠਾ, ਇਹਨੂੰ ਕਦੇ ਮਿਲੇ ਨਹੀਂ। ਕਹਿੰਦੇ ਸਿਰਫ ਇਸੇ ਕਰਕੇ ਨਹੀਂ ਸੀ ਅਸੀਂ ਇਹਨੂੰ ਮਿਲਦੇ, ਇਹਦੇ ਮਨ ਦੇ ਵਿੱਚ ਧਰਮਾਂ ਦਾ ਵਿਤਕਰਾ ਸੀ। ਅਸੀਂ ਸਿਰਫ ਉਹਨਾਂ ਸਾਧੂਆਂ ਨੂੰ ਮਿਲਦੇ ਸੀ ਜਿਹੜੇ ਇੱਕ ਰੱਬ ਦੇ ਆਸ਼ਕ ਹੋਣ, ਜਿਹੜੇ ਇੱਕ ਰੱਬ ਨੂੰ ਮੰਨਣ ਵਾਲੇ ਹੋਣ, ਜਿਨ੍ਹਾਂ ਦੇ ਮਨ ਵਿੱਚ ਕਿਸੇ ਦੇ ਧਰਮ ਪ੍ਰਤੀ ਕੋਈ ਈਰਖਾ ਨਾ ਹੋਵੇ, ਜਿਨ੍ਹਾਂ ਦੀ ਸਮਦ੍ਰਿਸ਼ਟੀ ਹੋਵੇ। ਸਮਦ੍ਰਿਸ਼ਟੀ ਵਾਲਿਆਂ ਨੂੰ ਅਸੀਂ ਮਿਲਦੇ ਸੀ। ਕਹਿੰਦੇ ਜਦੋਂ ਸਾਡੇ ਫਿਰ 35 ਦਿਨ ਹੋਏ, ਕਮਾਈ ਉੱਪਰ ਹੋ ਗਈ ਤੇ ਕਹਿੰਦੇ ਇਹ ਮਿੰਨਤਾਂ ਕਰਨ ਲੱਗ ਪਿਆ ਬਈ ਹੁਣ ਤੁਸੀਂ ਵਾਪਸ ਆ ਜਾਓ, ਵਾਪਸ ਆ ਜਾਓ। ਤੇ ਉਸ ਵੇਲੇ ਕਹਿੰਦੇ ਫਿਰ ਹੁਣ 40 ਦਿਨ ਤਾਂ ਪੂਰੇ ਕੀਤਿਆਂ ਬਿਨਾਂ ਅਰਦਾਸ ਤੋਂ ਪਿੱਛੇ ਕਿਵੇਂ ਹਟ ਸਕਦੇ ਸੀ। ਕਹਿੰਦੇ ਫਿਰ 37ਵਾਂ 38ਵਾਂ ਦਿਨ ਜਦੋਂ ਹੋਇਆ, 3 ਦਿਨ ਇਹ ਡੇਰੇ ਸੰਤਗੜ੍ਹ ਵੱਲ ਨੂੰ ਦੌੜ ਦੌੜ ਕੇ ਆਉਂਦਾ ਸੀ, ਉੱਚੀ ਉੱਚੀ ਪੁਕਾਰਦਾ ਸੀ। ਸਾਨੂੰ ਕਹਿੰਦੇ ਹਜੂਰ ਸਾਹਿਬ ਸੁਣਦਾ ਹੁੰਦਾ ਸੀ ਜਦੋਂ ਇਹ ਰੌਲਾ ਪਾਪਾ ਕਹਿੰਦਾ ਸੀ ਵੀ ਹੇ ਬਾਬਾ ਜਵਾਲਾ ਸਿੰਘ ਮੈਨੂੰ ਬਖਸ਼ ਲੈ। ਪਰ ਕਹਿੰਦੇ ਹੁਣ ਕੁਛ ਨਹੀਂ ਸੀ ਹੋ ਸਕਦਾ, ਹੁਣ ਨਿਰੰਕਾਰ ਦਾ ਹੁਕਮ ਵਰਤ ਚੁੱਕਾ ਸੀ ਤੇ ਉਹ ਇਸੇ ਤਰ੍ਹਾਂ ਹੋਣੀ ਸੀ। ਫਿਰ ਅਖੀਰ ਕਹਿੰਦੇ 38ਵੇਂ ਦਿਨ ਇਹ ਚੜ੍ਹਾਈ ਕਰ ਗਿਆ ਤੇ ਅਸੀਂ ਆਪਣਾ ਚਲੀਸਾ ਪੂਰਾ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲੈ ਕੇ ਵਾਪਸ ਆਏ। ਸੋ ਇਸ ਤਰ੍ਹਾਂ ਨਾਲ ਸੰਤ ਮਹਾਰਾਜ ਦਾ ਜੀਵਨ ਸਾਰੇ ਸਾਧੂਆਂ ਨਾਲ, ਸਾਰੇ ਸੰਤਾਂ ਨਾਲ ਮਹਾਂਪੁਰਖ ਬਹੁਤ ਮੇਲ ਮਿਲਾਪ ਰੱਖਦੇ ਸੀ। ਔਰ ਜੋ ਫਿਰ ਇਹ ਦੇਸ਼ ਦੀ ਵੰਡ ਹੋਈ, ਰਾਵੀ ਦਰਿਆ ਹੱਦ ਬਣਿਆ ਤੇ ਇਹ ਮਹਾਂਪੁਰਖ ਬਾਬਾ ਜਵਾਲਾ ਸਿੰਘ ਜੀ ਦੀ ਤਪੱਸਿਆ ਕਰਕੇ ਹੋਇਆ, ਨਹੀਂ ਤੇ ਜਮਨਾ ਦਰਿਆ ਦਿੱਲੀ ਤੱਕ ਪਾਕਿਸਤਾਨ ਬਣਨਾ ਸੀ, ਇਹ ਪਾਸ ਹੋ ਚੁੱਕਿਆ ਸੀ। ਤੋ ਇਹ ਅਗੰਮੀ ਬਾਤਾਂ ਹਨ ਸਾਧ ਸੰਗਤ, ਵਿਸ਼ਵਾਸ ਕਰਨ ਦੀਆਂ ਹਨ, ਭਰੋਸਾ ਕਰਨ ਦੀਆਂ ਹਨ। ਇੱਥੇ ਸ਼ੰਕਾ ਦੀ ਕੋਈ ਬਾਤ ਨਹੀਂ ਹੈ, ਕਿਉਂਕਿ ਉੱਥੇ ਤੱਕ ਕਿਸੇ ਦੀ ਪਹੁੰਚ ਹੋਵੇ, ਉੱਥੇ ਤੱਕ ਕਿਸੇ ਦੀ ਦ੍ਰਿਸ਼ਟੀ ਜਾਂਦੀ ਹੋਵੇ, ਕਿਸੇ ਦੀ ਸੁਰਤ ਉੱਥੇ ਤੱਕ ਉਡਾਰੀ ਮਾਰਦੀ ਹੋਵੇ, ਉਨੀ ਕਮਾਈ ਹੋਵੇ ਤਾਂ ਕੋਈ ਉੱਥੇ ਦੀ ਗੱਲ ਕਰ ਸਕੇ। ਇੰਨੀ ਕਮਾਈ ਨਾ ਕੋਈ ਕਰੇ ਤੇ ਨਾ ਕਿਸੇ ਨੂੰ ਉੱਥੇ ਦੀ ਗੱਲ ਸਮਝ ਲੱਗੇ। ਜਿਸ ਤਰ੍ਹਾਂ ਛੋਟੀ ਜਮਾਤ ਦਾ ਵਿਦਿਆਰਥੀ ਵੱਡੀ ਜਮਾਤ ਦੇ ਸਿਲੇਬਸ ਨੂੰ ਸਮਝ ਨਹੀਂ ਸਕਦਾ,
ਇਹ ਜਿਹੜੀਆਂ ਗੱਲਾਂ ਨੇ ਇਹ ਬਹੁਤ ਉੱਚੀ ਜਮਾਤ ਦੀਆਂ ਗੱਲਾਂ ਨੇ, ਬਹੁਤ ਉੱਚੀ ਜਮਾਤ ਦੀਆਂ। ਸਾਧੂ ਸੰਤ ਮਹਾਤਮਾ ਮਹਾਂਪੁਰਸ਼ ਜਾਂ ਕਮਾਈਆਂ ਵਾਲੇ ਗੁਰਸਿੱਖ, ਬੰਦਗੀ ਵਾਲੇ ਗੁਰਸਿੱਖ, ਜਾਂ ਫਿਰ ਉਹ ਗੁਰਮੁਖ ਜਿਨ੍ਹਾਂ ਦੇ ਪੱਲੇ ਸ਼ਰਧਾ ਹੈ, ਜਿਨ੍ਹਾਂ ਦੇ ਪੱਲੇ ਯਕੀਨ ਹੈ, ਉਹ ਇਹਨਾਂ ਗੱਲਾਂ ਨੂੰ ਸਮਝ ਸਕਦੇ ਹੈ। ਹਰੇਕ ਦੇ ਸਮਝ ਵਿੱਚ ਆਉਣ ਵਾਲੀਆਂ ਇਹ ਗੱਲਾਂ ਨਹੀਂ। ਕਿਸੇ ਵੀ ਗੱਲ ਨੂੰ ਕੱਟ ਦੇਣਾ ਤਾਂ ਬਹੁਤ ਸੌਖਾ ਹੁੰਦਾ ਹੈ, ਇੱਦਾਂ ਨਹੀਂ ਜੀ ਹੋ ਸਕਦਾ। ਹਾਂ ਜੀ, ਨਹੀਂ ਹੋ ਸਕਦਾ। ਕਿਉਂ? ਸਾਡੀ ਆਪਣੀ ਸੁਰਤ ਉੱਥੇ ਤੱਕ ਜਾਂਦੀ ਨਹੀਂ, ਤੇ ਅਸੀਂ ਤੇ ਇਹੀ ਕਹਿਣਾ ਵੀ ਹੋ ਹੀ ਨਹੀਂ ਸਕਦਾ ਇੱਦਾਂ। ਪਰ ਜਿਨ੍ਹਾਂ ਦੀ ਸੁਰਤ ਉਸ ਅਗੰਮੀ ਖੇਡ ਨੂੰ ਜਾਣਦੀ, ਉਹਨਾਂ ਨੂੰ ਪਤਾ ਹੈ ਵੀ ਇਹ ਸੱਚੇ ਬਚਨ ਹਨ। ਸੋ ਗੁਰੂ ਕਿਰਪਾ ਕਰੇ। ਆਓ ਅੱਜ ਦੀ ਇਤਨੀ ਕੁ ਹਾਜ਼ਰੀ ਸਮਾਂ ਪ੍ਰਵਾਨ ਕਰਿਓ ਜੀ। ਹਜ਼ੂਰ ਮਹਾਰਾਜ ਦੀ ਪਾਵਨ ਇਸ ਵਿਚਾਰਧਾਰਾ ਨੂੰ, ਬਚਨਾਂ ਦੀ ਸਾਂਝ ਪਾਉਂਦਿਆਂ, ਮਹਾਂਪੁਰਖਾਂ ਦੇ ਜੀਵਨ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਿਓ। ਅੱਜ ਸੰਧਿਆ ਵੇਲੇ ਦੀਵਾਨ ਸਜੇਗਾ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਵਿੱਤਰ ਕੁਰਬਾਨੀ ਸ਼ਹਾਦਤ ਨੂੰ ਆਪਾਂ ਨਤਮਸਤਕ ਹੋਵਾਂਗੇ। ਜੋ ਅਸੀਂ ਕੱਲ੍ਹ ਬੇਨਤੀ ਕੀਤੀ ਸੀ, ਬਹੁਤ ਸੰਗਤਾਂ ਨੇ ਪਾਠ ਜਾਪ ਕੀਤੇ ਨੇ। ਸੁਖਮਨੀ ਸਾਹਿਬ ਦੇ 2-2 ਪਾਠ ਕੀਤੇ ਬਹੁਤਿਆਂ ਨੇ, ਜਪਜੀ ਸਾਹਿਬ ਦੇ ਪਾਠ ਕੀਤੇ, ਚੌਪਈ ਸਾਹਿਬ ਦੇ ਪਾਠ ਕੀਤੇ, ਮੂਲ ਮੰਤਰ ਦੇ ਪਾਠ ਕੀਤੇ। ਉਹਨਾਂ ਸਾਰੇ ਪਾਠ ਜਾਪ ਜਿੰਨੇ ਵੀ ਹੋਏ ਨੇ, ਉਹਨਾਂ ਦੀ ਅਰਦਾਸ ਸ਼ਾਮ ਦੇ ਦੀਵਾਨ ਤੋਂ ਬਾਅਦ ਹੋਏਗੀ। ਸ਼ਾਮ ਨੂੰ ਨਿਤਨੇਮ ਤੋਂ ਬਾਅਦ 7:30 ਤੋਂ 8:30 1 ਘੰਟਾ ਕੀਰਤਨ ਹੋਏਗਾ। ਜ਼ਿਆਦਾ ਲੰਮਾ ਸਮਾਂ ਨਹੀਂ। ਆਪ ਜੀ ਜਿਤਨੇ ਵੀ ਹਾਜ਼ਰ ਇਸ ਵੇਲੇ ਸੁਣ ਰਹੇ ਹੋ, ਸਾਡੀ ਸਭਨਾਂ ਨੂੰ ਹੱਥ ਜੋੜ ਕੇ ਬੇਨਤੀ, ਆਓ ਆਪਾਂ ਸਤਿਗੁਰਾਂ ਦੇ ਪਰਉਪਕਾਰਾਂ ਨੂੰ ਯਾਦ ਕਰੀਏ। ਉਹ 1 ਘੰਟੇ ਦਾ ਸਮਾਂ ਜ਼ਰੂਰ ਆਪ ਜੀ ਕੱਢਿਓ। 7:30 ਤੋਂ 8:30 ਦਾ ਸਮਾਂ ਆਪਾਂ ਸਾਰੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਨਮਸਕਾਰ ਕਰਨੀ ਹੈ। ਉਸ ਸਮੇਂ 'ਤੇ ਆਪ ਜੀ ਸਾਰਿਆਂ ਨੇ ਇਸੇ ਤਰ੍ਹਾਂ ਆਨਲਾਈਨ ਜੁੜ ਕੇ ਆਪੋ ਆਪਣੇ ਆਸਣਾਂ 'ਤੇ ਬੈਠ ਕੇ ਗੁਰੂ ਪਿਤਾ ਜੀ ਦੇ ਪਰਉਪਕਾਰਾਂ ਨੂੰ ਯਾਦ ਕਰਨਾ ਹੈ। ਗੁਰੂ ਪਿਤਾ ਜੀ ਦੇ ਉਸ ਪਿਆਰ ਦੇ ਵਿੱਚ ਬੈਠਣਾ ਹੈ। ਸੋ ਗੁਰੂ ਮਹਾਰਾਜ ਕਿਰਪਾ ਕਰਨ ਜੀ। ਹੋਈਆਂ ਭੁੱਲਾਂ ਦੀ ਮਾਫੀ ਬਖਸ਼ਿਓ ਜੀ। ਦੋਵੇਂ ਹੱਥ ਜੋੜ ਕੇ ਸੱਚੇ ਪਾਤਸ਼ਾਹ ਨੂੰ ਸੀਸ ਝੁਕਾਓ, ਗੱਜ ਕੇ ਫਤਿਹ ਬੁਲਾਓ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।